हाँ जी दोस्तों, कल हैगा तुहाडे 12वीं क्लास वालिਆਂ ਦਾ ਰਾਜਨੀਤੀ ਸ਼ਾਸਤਰ ਦਾ ਪੇਪਰ ਯਾਨੀ ਕਿ ਪੋਲੀਟੀਕਲ ਸਾਇੰਸ ਦਾ। ਤਾਂ ਦੋਸਤੋ ਇਹ ਇੱਕ ਪੇਪਰ ਆ, ਠੀਕ ਹੈ ਜੀ। ਅਸੀਂ ਇਸ ਨੂੰ ਪੂਰਾ ਸੋਲਵ ਕਰ ਲਿਆ ਵਾ। ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਨਸਰ ਇਹਦੇ ਵਿੱਚ ਹੈਗੇ ਨੇ। 80 ਨੰਬਰ ਦਾ ਪੇਪਰ ਹੋਣਾ ਵਾ, 3 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ। ਤਾਂ ਦੋਸਤੋ ਚਲੋ ਸਭ ਤੋਂ ਪਹਿਲਾਂ ਆਪਾਂ ਭਾਗ ਊੜਾ ਦੇਖ ਲੈਂਦੇ ਹਾਂ। ਤਾਂ ਇੱਕ ਇੱਕ ਨੰਬਰਾਂ ਵਾਲੇ ਪ੍ਰਸ਼ਨ ਹਨ, ਬਹੁ ਵਿਕਲਪੀ। ਤਾਂ ਦੇਖੋ, ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਨਹੀਂ ਹੈ? ਤਾਂ ਦੋਸਤੋ ਇਸ ਦਾ ਆਨਸਰ ਆ ਜਾਏਗਾ ਰੋਪੜ, ਠੀਕ ਹੈ ਜੀ। ਰੋਪੜ ਦੇ ਵਿੱਚ ਜਿਹੜਾ ਹੈਗਾ ਵਾ ਨਗਰ ਨਿਗਮ ਨਹੀਂ ਹੈ। ਦੂਸਰਾ ਪ੍ਰਸ਼ਨ ਆਪਣਾ ਕੀ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਦਾ ਜਿਹੜਾ ਹੈਗਾ ਵਾ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਵਰਣਨ ਕੀਤਾ ਗਿਆ ਹੈ? ਤਾਂ ਦੋਸਤੋ ਸੰਵਿਧਾਨ ਦੇ ਭਾਗ ਚੌਥੇ ਧਾਰਾ 51 ਵਿੱਚ ਜਿਹੜਾ ਹੈਗਾ ਵਾ ਕੀ ਕੀਤਾ ਵਾ? ਵਿਦੇਸ਼ ਨੀਤੀ ਦਾ ਸੰਵਿਧਾਨ, ਠੀਕ ਹੈ, ਜਿਹੜਾ ਹੈਗਾ ਵਾ ਉਸ ਦੇ ਵਿੱਚ ਵਰਣਨ ਕੀਤਾ ਗਿਆ ਵਾ। ਅਗਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਆਰਥਿਕ ਖੇਤਰ ਵਿੱਚ ਰਾਜ ਦੀ ਜਿਹੜੀ ਹੈਗੀ ਗੈਰ ਦਖਲ ਅੰਦਾਜ਼ੀ ਦੇ ਹੱਕ ਵਿੱਚ ਕੌਣ ਸਨ? ਤਾਂ ਦੋਸਤੋ ਇੱਥੇ ਹੈਗਾ ਆਨਸਰ ਕੋਈ ਵੀ ਨਹੀਂ, ਕਿਉਂਕਿ ਦੋਸਤੋ ਕੌਣ ਸੀ? ਤਾਂ ਇਹਨਾਂ ਦੇ ਵਿੱਚ ਦੋਸਤੋ ਪੁਰਾਤਨ ਉਦਾਰਵਾਦ ਵੀ ਨਹੀਂ ਹੋ ਸਕਦਾ, ਸਮਕਾਲੀ ਉਦਾਰਵਾਦ ਵੀ ਨਹੀਂ ਹੈ, ਨਵ ਉਦਾਰਵਾਦ ਵੀ ਨਹੀਂ ਹੈ ਮੇਰੇ ਅਕੋਰਡਿੰਗ ਦੋਸਤੋ। ਕਿਉਂਕਿ ਜਦੋਂ ਮੈਂ ਨੈੱਟ 'ਤੇ ਸਰਚ ਕੀਤਾ ਤਾਂ ਇਹਦਾ ਆਨਸਰ ਦੇਖ ਸਕਦੇ ਹੋ ਦੋਸਤੋ, ਇਹ ਵਾਲਾ ਆਇਆ ਵਾ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ। ਤਾਂ ਦੋਸਤੋ ਦੇਖ ਸਕਦੇ ਹੋ ਕਿ ਆਰਥਿਕ ਖੇਤਰ ਵਿੱਚ ਰਾਜ ਦੀ ਦਖਲਅੰਦਾਜ਼ੀ ਨਾ ਕਰਨ ਦੇ ਸਮਰਥਨ ਵਿੱਚ ਕੌਣ ਸਨ? ਤਾਂ ਦੋਸਤੋ ਉਹ ਸੀਗਾ, ਇੱਥੇ ਦੇਖ ਸਕਦੇ ਹੋ ਕਿ ਕਲਾਸੀਕਲ ਉਦਾਰਵਾਦ ਸੀਗੇ, ਠੀਕ ਹੈ ਜੀ। ਬਟ ਦੋਸਤੋ ਜੇ ਆਪਸ਼ਨ ਦੇ ਵਿੱਚ ਦੇਖਿਆ ਜਾਏ, ਠੀਕ ਹੈ ਜੀ, ਤਾਂ ਇੱਥੇ ਕਲਾਸੀਕਲ ਉਦਾਰਵਾਦ ਨਹੀਂ ਹੈ। ਇਸ ਲਈ ਦੋਸਤੋ ਮੈਨੂੰ ਇਹਨਾਂ ਵਿੱਚ ਕੋਈ ਵੀ ਨਹੀਂ ਲੱਗ ਰਿਹਾ। ਬਾਕੀ ਅਗਰ ਦੋਸਤੋ ਤੁਹਾਨੂੰ ਇਸ ਦਾ ਆਨਸਰ ਰਾਈਟ ਪਤਾ ਹੈ ਬਿਲਕੁਲ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ। ਅਗਲਾ ਪ੍ਰਸ਼ਨ ਹੈਗਾ ਕਿ ਵਿਸ਼ਵ ਵਪਾਰ ਸੰਗਠਨ ਦੀ ਸਥਾਪਨਾ ਕਦੋਂ ਹੋਈ ਸੀ? ਤਾਂ ਦੋਸਤੋ 1 ਜਨਵਰੀ 1995 ਦੇ ਵਿੱਚ। ਤੇ ਅੱਗੇ ਦੋਸਤੋ ਦਾਸ ਕੈਪੀਟਲ ਕਿਸ ਦੀ ਰਚਨਾ ਹੈ? ਤਾਂ ਦੋਸਤੋ ਇਹ ਕਾਰਲ ਮਾਰਕਸ ਦੀ ਜਿਹੜੀ ਹੈਗੀ ਹੈ ਇਹ ਰਚਨਾ ਹੈ, ਦਾਸ ਕੈਪੀਟਲ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਕਿ ਹਾਂਜੀ, ਰੈੱਡ ਕਲਿਫ ਲਾਈਨ ਕਿਹੜੇ ਦੋ ਦੇਸ਼ਾਂ ਦੇ ਜਿਹੜੀ ਹੈਗੀ ਆ ਸੀਮਾ ਨੂੰ ਨਿਸ਼ਚਿਤ ਕਰਦੀ ਹੈ? ਤਾਂ ਦੋਸਤੋ ਇਹ ਹੈਗੀ ਆ ਭਾਰਤ ਅਤੇ ਪਾਕਿਸਤਾਨ, ਠੀਕ ਹੈ ਜੀ। ਅਗਲਾ ਪ੍ਰਸ਼ਨ ਹੈਗਾ ਦੋਸਤੋ 7ਵਾਂ ਪ੍ਰਸ਼ਨ ਕਿ ਤਾਸ਼ਕੰਦ ਸਮਝੌਤਾ ਜਿਹੜਾ ਹੈਗਾ ਵਾ ਭਾਰਤ ਅਤੇ ਹੋਰ ਕਿਹੜੇ ਦੇਸ਼ ਵਿਚਕਾਰ ਹੋਇਆ? ਤਾਂ ਦੋਸਤੋ ਪਾਕਿਸਤਾਨ ਦੇ ਵਿਚਕਾਰ ਹੋਇਆ, ਭਾਰਤ ਅਤੇ ਪਾਕਿਸਤਾਨ ਦੇ ਵਿੱਚ, ਠੀਕ ਹੈ ਜੀ। ਅੱਗੇ ਦੋਸਤੋ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਨੌਕਰਸ਼ਾਹੀ ਦਾ ਨਹੀਂ ਹੈ? ਠੀਕ ਹੈ ਜੀ। ਤਾਂ ਦੇਖੋ ਪੇਸ਼ੇਵਰ ਵਰਗ, ਗੁਮਨਾਮੀ, ਠੀਕ ਹੈ ਜੀ, ਤੇ ਅਸਥਾਈ ਕਾਰਜਕਾਲ, ਠੀਕ ਹੈ, ਪੱਖਪਾਤ ਰਹਿਤ, ਠੀਕ ਹੈ ਜੀ। ਤਾਂ ਦੋਸਤੋ ਇਸ ਦਾ ਆਨਸਰ ਸਾਨੂੰ ਜਿਹੜਾ ਹੈਗਾ ਨਹੀਂ ਮਿਲਿਆ ਹੈ। ਤੁਸੀਂ ਤੁਹਾਨੂੰ ਅਗਰ ਇਸ ਦਾ ਆਨਸਰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਕਿ ਕਿਹੜਾ ਆਪਸ਼ਨ ਆਵੇਗਾ 8ਵੇਂ ਦਾ, ਠੀਕ ਹੈ ਜੀ। ਤੇ ਹੁਣ ਅਗਲਾ ਪ੍ਰਸ਼ਨ ਹੈਗਾ 9ਵਾਂ, ਦੇਖੋ ਸ਼ਹਿਰੀ ਸਥਾਨਕ ਸਵੈ ਸ਼ਾਸਨ ਦੀ ਪ੍ਰਣਾਲੀ ਨਾਲ ਸੰਬੰਧਿਤ 74ਵੀਂ ਸੰਵਿਧਾਨਿਕ ਸੋਧ ਕਦੋਂ ਲਾਗੂ ਕੀਤੀ ਗਈ ਸੀ? ਠੀਕ ਹੈ ਜੀ। ਤਾਂ ਦੋਸਤੋ ਦੇਖੋ ਇਸ ਦਾ ਆਨਸਰ ਜਿਹੜਾ ਹੈਗਾ ਵਾ 5 ਅਪ੍ਰੈਲ 1993 ਨੂੰ ਇੱਥੇ ਅਸੀਂ ਟਿਕ ਲਾ ਸਕਦੇ ਹਾਂ। ਬਟ ਦੋਸਤੋ ਮੈਨੂੰ ਇੰਨਾ ਪਤਾ ਵਾ ਕਿ 1993 ਦੇ ਵਿੱਚ ਹੋਈ ਸੀਗੀ। ਬਟ ਦੋਸਤੋ ਡੇਟ ਜੇ ਮੈਂ ਜਦੋਂ ਨੈੱਟ 'ਤੇ ਚੈੱਕ ਕੀਤੀ ਤਾਂ 5 ਅਪ੍ਰੈਲ ਨਹੀਂ ਤਾਂ ਇੰਨੀ ਡੇਟ ਆ ਰਹੀ ਸੀਗੀ, ਤੁਹਾਨੂੰ ਦਿਖਾ ਦੇਵਾਂ। ਤਾਂ ਦੋਸਤੋ ਦੇਖ ਸਕਦੇ ਹੋ ਜੂਨ 1 ਹਾਂਜੀ 1 ਜੂਨ 1993 ਆ ਰਿਹਾ ਵਾ ਨੈੱਟ 'ਤੇ, ਠੀਕ ਹੈ ਜੀ। ਬਟ ਦੋਸਤੋ ਇੱਥੇ ਦੇਖਿਆ ਜਾਏ ਤਾਂ ਇੱਥੇ ਜੂਨ ਕਿਤੇ ਵੀ ਜਿਹੜਾ ਹੈਗਾ ਵਾ ਨਹੀਂ ਲਿਖਿਆ ਗਿਆ ਵਾ, ਸਿਰਫ ਅਪ੍ਰੈਲ ਹੀ ਆ, 5 ਅਪ੍ਰੈਲ 5 ਅਪ੍ਰੈਲ 5 ਅਪ੍ਰੈਲ, ਠੀਕ ਹੈ ਜੀ। ਤੇ ਇੰਨਾ ਪਤਾ ਵਾ ਕਿ ਇੱਥੇ ਦੇਖ ਸਕਦੇ ਹੋ ਦੋਸਤੋ ਇਹਨਾਂ ਨੇ ਜਿਹੜਾ ਹੈਗਾ ਵਾ ਹਾਂਜੀ 1993 ਜ਼ਰੂਰ ਲਿਖਿਆ ਵਾ। ਜਿਹੜੀ ਸ਼ੋਧ ਜਿਹੜੀ ਹੋਈ ਸੀਗੀ ਦੋਸਤੋ, ਜਿਵੇਂ ਕਿ 74ਵਾਂ ਅਮੈਂਡਮੈਂਟ ਐਕਟ ਸੀਗਾ 1992 ਦਾ, ਠੀਕ ਹੈ ਜੀ। ਤਾਂ ਦੋਸਤੋ ਇਸ ਦਾ ਜਿਹੜਾ ਹੈਗਾ ਵਾ ਇੱਥੇ ਤੁਸੀਂ ਦੇਖ ਸਕਦੇ ਹੋ ਹਾਂਜੀ। ਤਾਂ ਇੱਥੇ ਦੋਸਤੋ 1993 ਤਾਂ ਦਿੱਤਾ ਹੋਇਆ ਵਾ, ਇੱਥੇ ਹੋਰ ਬਾਕੀ ਕਿਤੇ ਵੀ 1993 ਨਹੀਂ ਹੈਗਾ। ਬਟ ਦੋਸਤੋ ਡੇਟ ਇੱਥੇ ਚੇਂਜ ਹੈ। ਬਾਕੀ ਅਗਰ ਤੁਹਾਨੂੰ ਇਸ ਦਾ ਰਾਈਟ ਆਨਸਰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ। ਬਾਕੀ ਮੈਨੂੰ ਆੜਾ ਆਪਸ਼ਨ ਹੀ ਲੱਗ ਰਿਹਾ ਵਾ, ਠੀਕ ਹੈ ਜੀ। ਬਾਕੀ ਬਿਲਕੁਲ ਰਾਈਟ ਅਤੇ ਕਰੈਕਟ ਅਗਰ ਤੁਹਾਨੂੰ ਲੱਗਦਾ ਕਿ ਹਾਂ ਵੀ ਇਹ ਬਾਤ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ, ਠੀਕ ਹੈ ਜੀ। ਤੇ ਅਗਲਾ ਪ੍ਰਸ਼ਨ ਦੋਸਤੋ ਹੈਗਾ ਆਪਣਾ ਮਨੁੱਖੀ ਅਧਿਕਾਰ ਦਿਵਸ ਜਿਹੜਾ ਹੈਗਾ ਦਿਵਸ ਵਿਸ਼ਵ ਪੱਧਰ ਉੱਤੇ ਕਦੋਂ ਮਨਾਇਆ ਜਾਂਦਾ ਹੈ? ਤਾਂ ਦੋਸਤੋ 10 ਦਸੰਬਰ ਨੂੰ, ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਭਾਰਤ ਵਿੱਚ ਜਿਹੜਾ ਹੈਗਾ ਵਾ ਚੋਣਾਂ ਦਾ ਪ੍ਰਬੰਧ ਕੌਣ ਕਰਦਾ ਹੈ? ਤਾਂ ਦੋਸਤੋ ਚੋਣ ਆਯੋਗ ਕਰਦਾ ਹੈ, ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਇੰਗਲੈਂਡ ਦਾ ਦੋਸਤੋ ਰਾਜਾ ਰਾਣੀ ਤੇ ਭਾਰਤ ਤੇ ਰਾਸ਼ਟਰਪਤੀ ਦਾ ਨਾਮ ਮਾਤਰ ਸੰਵਿਧਾਨਿਕ ਮੁਖੀ ਹਨ, ਕਿਉਂਕਿ ਦੋਨਾਂ ਦੇਸ਼ਾਂ ਵਿੱਚ ਜਿਹੜਾ ਹੈਗਾ ਵਾ ਸੰਸਦੀ ਸ਼ਾਸਨ ਪ੍ਰਣਾਲੀ ਆ, ਠੀਕ ਹੈ ਜੀ। ਤੇ ਅੱਗੇ ਦੋਸਤੋ ਭਾਰਤੀ ਨੌਕਰਸ਼ਾਹੀ ਦੀ ਚੋਣ ਹੁੰਦੀ ਹੈ ਕਿਸ ਦੇ ਰਾਹੀਂ? ਮੁਕਾਬਲੇ ਦੀਆਂ ਪ੍ਰੀਖਿਆਵਾਂ ਦੁਆਰਾ, ਯਾਨੀ ਕਿ ਕੰਪੀਟੀਟਿਵ ਐਗਜ਼ਾਮ ਜਿਹੜੇ ਹੁੰਦੇ ਨੇ ਸਰਕਾਰੀ ਨੌਕਰੀ ਦੇ, ਉਹਨਾਂ ਦੇ ਰਾਹੀਂ ਦੋਸਤੋ ਜਿਹੜੀ ਹੈਗੀ ਆ, ਠੀਕ ਹੈ ਜੀ, ਭਾਰਤ ਵਿੱਚ ਜਿਹੜਾ ਹੈਗਾ ਸਰਕਾਰੀ ਨੌਕਰੀ ਲੱਗਦੀ ਹੈ। ਅੱਗੇ ਦੋਸਤੋ ਹੇਠ ਲਿਖਿਆ ਵਿੱਚੋਂ ਕਿਹੜਾ ਦੋਸਤੋ ਨਿਕਾਸ ਕਾਰਜ ਰਾਜਨੀਤਿਕ ਪ੍ਰਣਾਲੀ ਦਾ ਨਹੀਂ ਹੈ? ਤਾਂ ਦੋਸਤੋ ਉਹ ਹੈਗਾ ਆਪਣਾ ਰਾਜਨੀਤਿਕ ਸੰਚਾਰ। ਬਾਕੀ ਆਹ ਦੋਸਤੋ ਜਿਹੜੇ ਹੈਗੇ ਆ ਕੀ ਹੈ, ਇਹ ਦੋਸਤੋ ਕੀ ਹੈ ਜਿਹੜੇ ਹੈਗੇ ਰਾਜਨੀਤਿਕ ਪ੍ਰਣਾਲੀ ਦੇ ਦੋਸਤੋ ਨਿਕਾਸ ਕਾਰਜ ਹਨ, ਠੀਕ ਹੈ ਜੀ, ਆਹ ਤਿੰਨੋਂ ਹੀ। ਤੇ ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ ਅੱਗੇ ਹੈ ਆਪਣਾ ਕਿ ਮੌਜੂਦਾ ਸਮੇਂ 2020 ਭਾਰਤ ਦੇ ਜਿਹੜੇ ਹੈਗੇ ਆ ਕਿਹੜੇ ਰਾਜ ਵਿੱਚ ਰਾਜ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ? ਠੀਕ ਹੈ ਜੀ। ਤਾਂ ਦੋਸਤੋ 2020 ਦੇ ਵਿੱਚ ਜਿਹੜੀ ਹੈਗੀ ਆ ਬਿਹਾਰ ਦੇ ਵਿੱਚ ਚੋਣਾਂ ਹੋਈਆਂ ਸਨ। ਅਗਰ ਤੁਹਾਨੂੰ 2022 ਦੇ ਵਿੱਚ ਪੁੱਛ ਲੈਣ ਤਾਂ ਦੋਸਤੋ 2022 ਦੇ ਵਿੱਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਈਆਂ ਸਨ ਚੋਣਾਂ। ਅੱਗੇ ਦੋਸਤੋ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਕੁੱਲ ਕਿੰਨੇ ਮੈਂਬਰ ਹੁੰਦੇ ਹਨ? ਤਾਂ ਦੋਸਤੋ 15, ਠੀਕ ਹੈ ਜੀ।
ਤੇ ਅੱਗੇ ਦੋਸਤੋ ਦਵੰਦਵਾਦ ਦਾ ਵਿਚਾਰ ਸਭ ਤੋਂ ਪਹਿਲਾਂ ਦੋਸਤੋ ਕਿਸ ਨੇ ਦਿੱਤਾ ਸੀ? ਤਾਂ ਦੋਸਤੋ ਹੀਗਲ ਨੇ ਦਿੱਤਾ ਸੀਗਾ, ਠੀਕ ਹੈ ਜੀ। ਤਾਂ ਇੱਥੇ ਵੀ ਦੇਖ ਸਕਦੇ ਹੋ ਦੋਸਤੋ ਜਿਹੜਾ ਹੈਗਾ ਦਵੰਦਵਾਦ ਦੇ ਸੰਕਲਪ 19ਵੀਂ ਸਦੀ ਦੇ ਸ਼ੁਰੂ ਵਿੱਚ ਦਰਜ ਵਿਲਮ ਫਰੀਡਰਿਕ ਹੇਗਲ, ਠੀਕ ਹੈ ਜੀ। ਇਹਨਾਂ ਦਾ ਪੂਰਾ ਨਾਮ ਹੈਗਾ ਜਾਰਜ ਵਿਲੀਅਮ ਫਰੀਡਰਿਕ ਹੇਗਲ ਆ, ਠੀਕ ਹੈ ਜੀ। ਇਹਨਾਂ ਨੇ ਇਹ ਦਿੱਤਾ ਸੀਗਾ, ਪੂਰਾ ਨਾਮ ਇਹਨਾਂ ਦਾ ਇਹ ਆ, ਠੀਕ ਹੈ ਜੀ। ਤੇ ਅੱਗੇ ਹੈ ਮਹਾਤਮਾ ਗਾਂਧੀ ਜੀ ਦੀ ਆਤਮ ਕਥਾ ਦਾ ਨਾਂ ਦੱਸੋ? ਤਾਂ ਦੋਸਤੋ ਇਸ ਦਾ ਆਂਸਰ ਦੇਖ ਸਕਦੇ ਹੋ ਮਾਈ ਐਕਸਪੈਰੀਮੈਂਟ ਵਿਦ ਟਰੁਥ, ਠੀਕ ਹੈ ਜੀ, ਜੋ ਕਿ ਇਹਨਾਂ ਦੀ ਆਤਮ ਕਥਾ ਯਾਨੀ ਕਿ ਆਟੋਬਾਇਓਗ੍ਰਾਫੀ ਦਾ ਮਤਲਬ ਨਾਮ ਆ। ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ ਹੈ ਦੋਸਤੋ ਆਪਣਾ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਦੱਸੋ? ਤਾਂ ਦੋਸਤੋ ਇਹ ਤਾਂ ਬੱਚੇ ਨੂੰ ਪਤਾ ਹੈ ਕਿ ਝਾੜੂ, ਠੀਕ ਹੈ ਜੀ। ਅੱਗੇ ਦੋਸਤੋ ਆਪਣਾ ਡੇਵਿਡ ਈਸਟਨ ਦਾ ਕਿਤਾਬ ਦਾ ਨਾਂ ਕੀ ਸੀ? ਤਾਂ ਦੋਸਤੋ ਰਾਜਨੀਤਿਕ ਪ੍ਰਣਾਲੀ, ਠੀਕ ਹੈ ਜੀ, ਉਹਨਾਂ ਦੀ ਕਿਤਾਬ ਦਾ ਨਾਂ ਸੀ। ਤੇ ਅਗਲਾ ਪ੍ਰਸ਼ਨ ਹੈਗਾ ਦੋਸਤੋ ਸੰਸਦੀ ਸਰਕਾਰ ਵਿੱਚ ਲੋਕ ਸਭਾ ਨੂੰ ਕਾਰਜਪਾਲਿਕਾ ਦੁਆਰਾ ਜਿਹੜਾ ਹੈਗਾ ਭੰਗ ਕਰਵਾਇਆ ਜਾ ਸਕਦਾ ਹੈ? ਤਾਂ ਦੋਸਤੋ ਇਸ ਦਾ ਆਂਸਰ ਦੋਸਤੋ ਥੋੜ੍ਹਾ ਜਿਹਾ ਤੁਹਾਨੂੰ ਮੈਂ ਇੱਥੇ ਦੱਸ ਦੇਣਾ। ਤਾਂ ਦੇਖੋ ਦੋਸਤੋ ਜਿਹੜਾ ਹੈਗਾ ਵਾ ਹਾਂਜੀ, ਤਾਂ ਇਹਦਾ ਦੋਸਤੋ ਜਿੱਥੇ ਤੱਕ ਤੁਹਾਨੂੰ ਦੱਸ ਦਈਏ, ਹਾਂਜੀ, ਤਾਂ ਦੋਸਤੋ ਦੇਖੋ ਇਸ ਦਾ ਜਿਹੜਾ ਆਂਸਰ ਆ, ਕਿਉਂਕਿ ਜਿਹੜਾ ਹੈਗਾ ਸੰਸਦੀ ਸਰਕਾਰ ਵਿੱਚ ਲੋਕ ਸਭਾ ਨੂੰ ਦੋਸਤੋ ਜਿਹੜਾ ਹੈਗਾ ਵਾ ਕਾਰਜਪਾਲਿਕਾ ਦੁਆਰਾ ਜਿਹੜਾ ਭੰਗ ਕਰਵਾਇਆ ਜਾ ਸਕਦਾ। ਤਾਂ ਦੋਸਤੋ ਦੇਖੋ ਸੰਸਦੀ ਸਰਕਾਰ ਜਿਹੜਾ ਹੈਗਾ ਲੋਕ ਸਭਾ ਵਿੱਚ, ਠੀਕ ਹੈ ਜੀ, ਜਿਹੜਾ ਪ੍ਰੈਜ਼ੀਡੈਂਟ ਹੁੰਦਾ ਨਾ ਆਪਣਾ ਪ੍ਰਧਾਨ ਦਾ ਜਿਹੜਾ ਭਾਰਤ ਦਾ ਜਿਹੜਾ ਰਾਸ਼ਟਰਪਤੀ ਆ ਉਹੀ ਕਰਵਾ ਸਕਦਾ ਵਾ, ਠੀਕ ਹੈ ਜੀ। ਕਾਰਜਪਾਲਿਕਾ ਦੁਆਰਾ ਦੋਸਤੋ ਕਾਰਜਪਾਲਿਕਾ ਖੁਦ ਤਾਂ ਨਹੀਂ ਕਰ ਸਕਦੀ ਹੈਗੀ, ਬਟ ਦੋਸਤੋ ਕਾਰਜਪਾਲਿਕਾ ਕੀ ਹੁੰਦਾ ਵਾ? ਪ੍ਰਾਈਮ ਮਿਨਿਸਟਰ ਹੀ ਆ ਜਿਹੜਾ ਕੰਮ ਕਰਦੇ ਆ ਸਰਕਾਰ ਦੇ ਵਿੱਚ, ਉਹਨੂੰ ਕਾਰਜਪਾਲਿਕਾ ਕਹਿੰਦੇ ਆ, ਠੀਕ ਹੈ ਜੀ। ਬਟ ਦੋਸਤੋ ਕਾਰਜਪਾਲਿਕਾ ਦੇ ਕਹਿਣ ਦੇ ਅਕੋਰਡਿੰਗ, ਠੀਕ ਹੈ ਜੀ, ਅਗਰ ਰਾਸ਼ਟਰਪਤੀ ਜਿਹੜਾ ਕਾਰਜਪਾਲਿਕਾ ਵਾ, ਠੀਕ ਹੈ ਜੀ, ਅਗਰ ਉਹ ਰਾਸ਼ਟਰਪਤੀ ਨੂੰ ਕਹੂਗਾ ਕਿ ਹਾਂ ਬਈ ਸੰਸਦੀ ਸਰਕਾਰ ਜਿਹੜਾ ਹੈਗਾ, ਠੀਕ ਹੈ ਜੀ, ਲੋਕ ਸਭਾ ਭੰਗ ਕਰਵਾਉਣਾ ਵਾ, ਤਾਂ ਉਹ ਕਰਵਾ ਸਕਦਾ ਵਾ, ਠੀਕ ਹੈ ਜੀ। ਬਟ ਦੋਸਤੋ ਖੁਦ ਕਾਰਜਪਾਲਿਕਾ ਖੁਦ ਨਹੀਂ ਕਰ ਸਕਦੀ ਹੈਗੀ, ਪ੍ਰੈਜ਼ੀਡੈਂਟ ਹੀ ਕਰ ਸਕਦਾ ਵਾ, ਠੀਕ ਹੈ ਜੀ। ਮਤਲਬ ਇਸ ਦਾ ਦੋਸਤੋ ਅਸੀਂ ਕਹਿ ਸਕਦੇ ਹਾਂ ਕਿ ਥੋੜ੍ਹਾ ਬਹੁਤ ਇਹ ਗਲਤ ਵੀ ਆ, ਥੋੜ੍ਹਾ ਬਹੁਤ ਸਹੀ ਵੀ ਆ, ਠੀਕ ਹੈ ਜੀ। ਬਟ ਦੋਸਤੋ ਕਾਰਜਪਾਲਿਕਾ ਮਤਲਬ ਇੰਡਾਇਰੈਕਟਲੀ ਕਰਵਾ ਸਕਦਾ ਵਾ, ਡਾਇਰੈਕਟਲੀ ਖੁਦ ਉਹ ਭੰਗ ਨਹੀਂ ਕਰ ਸਕਦਾ ਹੈਗਾ, ਕਿਉਂਕਿ ਪ੍ਰੈਜ਼ੀਡੈਂਟ ਕੋਲ ਹੀ ਜਿਹੜੀ ਹੈਗੀ ਪਾਵਰ ਹੁੰਦੀ ਆ ਜਿਹੜੀ ਹੈਗੀ ਕੀ ਕਰਾਉਣ ਦੀ? ਭੰਗ ਕਰਾਉਣ ਦੀ ਸੰਸਦੀ ਸਰਕਾਰ ਵਿੱਚ ਲੋਕ ਸਭਾ ਦੇ ਵਿੱਚ ਸੰਸਦੀ ਸਰਕਾਰ ਨੂੰ, ਠੀਕ ਹੈ ਜੀ। ਉਹੀ ਅਗਰ ਚਾਹੇ ਤਾਂ ਉਹ ਕਰਵਾ ਸਕਦਾ ਵਾ, ਠੀਕ ਹੈ। ਤੇ ਅੱਗੇ ਦੋਸਤੋ ਆਪਣਾ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਕਿਸੇ ਇੱਕ ਸਮਾਜਿਕ ਰੁਕਾਵਟਾਂ ਦਾ ਨਾਂ ਲਿਖੋ? ਤਾਂ ਦੋਸਤੋ ਇਸ ਦਾ ਦੇਖ ਲੈਂਦੇ ਆਂਸਰ। ਤਾਂ ਹਾਂਜੀ, ਆਹ ਦੇਖੋ ਦੋਸਤੋ ਹੇਠ ਲਿਖਿਆਂ ਵਿੱਚ ਲੋਕਤੰਤਰ ਦੇ ਰਾਹ ਵਿੱਚ ਕਿਹੜੀ ਰੁਕਾਵਟ ਆਉਂਦੀ ਹੈ? ਇੱਕ ਤਾਂ ਹੈਗੀ ਹੈ ਜਾਤ, ਰੰਗ, ਨਸਲ ਦੇ ਆਧਾਰ 'ਤੇ ਦੋਸਤੋ ਭੇਦਭਾਵ, ਠੀਕ ਹੈ ਜੀ, ਇਹ ਇਸ ਦਾ ਆਂਸਰ ਹੋ ਜਾਏਗਾ। ਅੱਗੇ ਦੋਸਤੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਪ੍ਰਧਾਨ ਦਾ ਨਾਂ ਲਿਖੋ? ਤਾਂ ਦੋਸਤੋ ਇਸ ਦਾ ਆਂਸਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਰਾਸ਼ਟਰੀ ਕਾਂਗਰਸ ਦਾ ਜਿਹੜਾ ਹੈਗਾ ਪਹਿਲਾ ਪ੍ਰਧਾਨ ਕੌਣ ਸੀ? ਤਾਂ ਦੋਸਤੋ ਦੇਖੋ INC ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ 1885 ਵਿੱਚ ਕੀਤੀ ਗਈ ਸੀਗੀ, ਠੀਕ ਹੈ ਜੀ। ਤੇ ਇਸ ਦੇ ਜਿਹੜੇ ਹੈਗੇ ਆ ਸਭ ਤੋਂ ਪਹਿਲਾਂ ਜਿਹੜੇ ਹੈਗੇ ਪ੍ਰਧਾਨ ਕੌਣ ਸੀਗੇ INC ਦੇ? ਤਾਂ ਉਹਦੇ ਸੀਗੇ ਆਪਣੇ ਦੋਸਤੋ ਭੂਮੇਸ਼ ਚੰਦਰ, ਠੀਕ ਹੈ ਜੀ, ਬਨਰਜੀ ਜਿਹੜੇ ਹੈਗੇ ਸੀਗੇ ਇਹਨਾਂ ਦੇ ਪਹਿਲੇ ਪ੍ਰਧਾਨ ਸਨ, ਠੀਕ ਹੈ। ਤੇ ਹੁਣ ਅਗਲਾ ਪ੍ਰਸ਼ਨ ਹੈ ਦੋਸਤੋ ਆਪਣਾ ਉਦਾਰਵਾਦ ਦੇ 3 ਰੂਪ ਕਿਹੜੇ ਹਨ? ਠੀਕ ਹੈ ਜੀ। ਤਾਂ ਦੇਖੋ ਦੋਸਤੋ ਉਦਾਰਵਾਦ ਦੇ ਜਿਹੜੇ ਹੈਗੇ ਆ ਮੈਨੂੰ 2 ਰੂਪ ਹੀ ਮਿਲੇ ਸਨ, ਜਿਵੇਂ ਕਿ ਪਰੰਪਰਾਦੀ ਉਦਾਰਵਾਦ ਤੇ ਸਮਕਾਲੀ ਉਦਾਰਵਾਦ। ਤੇ ਦੋਸਤੋ ਤੀਸਰਾ ਆਪਾਂ ਇਸ ਨੂੰ ਕਹਿ ਸਕਦੇ ਹਾਂ ਸਮਕਾਲੀ ਉਦਾਰਵਾਦ, ਤਾਂ ਇਹ ਤਾਂ ਹੈਗਾ ਹੀ ਆ, ਠੀਕ ਹੈ ਜੀ। ਤਾਂ ਦੋਸਤੋ ਜਿੱਥੇ ਤੱਕ ਮੈਨੂੰ ਆਹ 2 ਹੀ ਲੱਭੇ ਨੇ, ਸਮਕਾਲੀ ਉਦਾਰਵਾਦ ਤੇ ਪਰੰਪਰਾਵਾਦੀ ਉਦਾਰਵਾਦ, ਠੀਕ ਹੈ ਜੀ। ਅਗਰ ਤੁਹਾਨੂੰ ਦੂਸਰਾ ਇਹਦਾ ਕੁਛ ਤੀਸਰਾ ਵਾਲਾ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ, ਠੀਕ ਹੈ ਜੀ। ਤੇ ਹੁਣ ਅਗਲਾ ਹੈਗਾ ਦੋਸਤੋ ਆਪਣਾ ਕੀ ਰਾਜ ਦਾ ਖੇਤਰ ਰਾਜਨੀਤਿਕ ਪ੍ਰਣਾਲੀ ਨਾਲੋਂ ਸੀਮਿਤ ਹੁੰਦਾ ਹੈ? ਠੀਕ ਹੈ ਜੀ, ਸਹੀ ਜਾਂ ਗਲਤ? ਤਾਂ ਦੋਸਤੋ ਇਸ ਦਾ ਆਨਸਰ ਜਿਹੜਾ ਹੈਗਾ ਵਾ ਰਾਜ ਦਾ ਖੇਤਰ ਦੋਸਤੋ ਰਾਜਨੀਤਿਕ ਪ੍ਰਣਾਲੀ ਨਾਲੋਂ ਸੀਮਿਤ ਹੁੰਦਾ ਹੈ। ਤਾਂ ਦੋਸਤੋ ਦੇਖੋ ਇਹਦੇ ਵਿੱਚ ਜਿੱਥੇ ਤੱਕ ਮੈਨੂੰ ਲੱਗਦਾ ਕਿ ਇਹ ਟਰੂ ਹੋ ਸਕਦਾ ਵਾ, ਬਾਕੀ ਅਗਰ ਤੁਹਾਨੂੰ ਇਹਦਾ ਸ਼ਿਓਰ ਬਿਲਕੁਲ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ, ਠੀਕ ਹੈ ਜੀ। ਅੱਗੇ ਦੋਸਤੋ ਹੇਠਲੇ ਪੱਧਰ 'ਤੇ ਲੋਕਤੰਤਰ ਵਿੱਚ ਗ੍ਰਾਮ ਪੰਚਾਇਤ ਦੇ ਮੁਖੀ ਭਾਵ ਸਰਪੰਚ ਨੂੰ ਨਾਮਤਰ ਕਾਰਜਪਾਲਿਕਾ ਜਿਹੜਾ ਹੈਗਾ ਕਿਹਾ ਜਾ ਸਕਦਾ ਹੈ, ਠੀਕ ਹੈ ਜੀ। ਤਾਂ ਦੋਸਤੋ ਹੇਠਲੇ ਪੱਧਰ 'ਤੇ ਜਿਹੜਾ ਹੈਗਾ ਵਾ ਗ੍ਰਾਮ ਪੰਚਾਇਤ ਦਾ ਮੁਖੀ ਦੋਸਤੋ ਮੇਨ ਹੁੰਦਾ ਵਾ, ਠੀਕ ਹੈ ਜੀ। ਉਹਨੇ ਹੀ ਸਾਰਾ ਕੁਝ ਚਲਾਉਣਾ ਹੁੰਦਾ ਵਾ ਪਿੰਡ ਦੇ ਵਿੱਚ, ਠੀਕ ਹੈ ਜੀ। ਤਾਂ ਉਸ ਨੂੰ ਆਪਾਂ ਮੁਖੀ ਕਹਿ ਸਕਦੇ ਹਾਂ ਦੋਸਤੋ, ਉਹਨੂੰ ਨਾਮਤਰ ਦਾ ਨਹੀਂ ਕਹਿ ਸਕਦੇ ਹੈਗੇ, ਕਿਉਂਕਿ ਸਾਰਾ ਕੰਮ ਤਾਂ ਉਹਨੇ ਹੀ ਕਰਨਾ ਹੁੰਦਾ ਵਾ, ਠੀਕ ਹੈ ਜੀ, ਹੇਠਲੇ ਪੱਧਰ 'ਤੇ, ਠੀਕ ਹੈ। ਸਰਕਾਰ ਤੱਕ ਮਤਲਬ ਫੰਡ ਵਗੈਰਾ ਭੇਜ ਸਕਦੀ ਹੈ, ਠੀਕ ਹੈ ਜੀ, ਬਟ ਦੋਸਤੋ ਸਾਰਾ ਕੰਮ ਤਾਂ ਸਰਪੰਚ ਨੂੰ ਪਿੰਡਾਂ ਦੇ ਵਿੱਚ ਉਹਨਾਂ ਨੂੰ ਹੀ ਕਰਨਾ ਪੈਂਦਾ। ਅਗਰ ਕੁਛ ਵੀ ਕੰਮ ਡਿੱਗ ਕੇ ਆ ਰਿਹਾ, ਤੁਹਾਨੂੰ ਕੋਈ ਦਿੱਕਤ ਲੱਗ ਰਹੀ ਹੈ, ਕੋਈ ਸੜਕਾਂ ਨਹੀਂ, ਨਾਲੀ ਦੀ ਪ੍ਰੋਬਲਮ ਆ, ਸਰਪੰਚ ਨੂੰ ਹੀ ਕਹੋਗੇ। ਤਾਂ ਦੋਸਤੋ ਇਸ ਨੂੰ ਨਾਮਤਰ ਦਾ ਨਹੀਂ ਕਹਿ ਸਕਦੇ ਹੈਗੇ, ਠੀਕ ਹੈ ਜੀ, ਇਹ ਕਰਨ ਵਾਲਾ ਹੁੰਦਾ ਵਾ, ਠੀਕ ਹੈ ਜੀ, ਯਾਨੀ ਕਿ ਕਰੂਗਾ। ਅੱਗੇ ਦੋਸਤੋ ਰਾਜਨੀਤਿਕ ਦਲਾਂ ਲੋਕਾਂ ਨੂੰ ਦੋਸਤੋ ਹੈਗੇ ਰਾਜਨੀਤਿਕ ਸਿੱਖਿਆ ਪ੍ਰਦਾਨ ਕਰਦੇ ਹਨ? ਤਾਂ ਦੋਸਤੋ ਇਸ ਦਾ ਆਨਸਰ ਵੀ ਤੁਸੀਂ ਦੇਖ ਸਕਦੇ ਹੋ। ਹਾਂਜੀ, ਤਾਂ ਦੋਸਤੋ ਬਿਲਕੁਲ ਕਰਦੇ ਹਨ, ਕਿਉਂਕਿ ਦੋਸਤੋ ਰਾਜਨੀਤਿਕ ਦਲ ਦਾ ਇਹ ਜਿਹੜਾ ਕੰਮ ਵੀ ਹੁੰਦਾ ਵਾ ਕਿ ਰਾਜਨੀਤਿਕ ਸਿੱਖਿਆ ਵੀ ਪ੍ਰਦਾਨ ਉਹ ਕਰਦੇ ਹਨ, ਤਾਂ ਇਹ ਠੀਕ ਹੋਏਗਾ। ਅੱਗੇ ਦੋਸਤੋ ਸੰਸਦੀ ਸਰਕਾਰ ਵਿੱਚ ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਵਿਚਕਾਰ ਜਿਹੜਾ ਹੈਗਾ ਗੂੜਾ ਸੰਬੰਧ ਹੁੰਦਾ ਹੈ, ਸਹੀ ਜਾਂ ਗਲਤ? ਤਾਂ ਦੋਸਤੋ ਦੇਖੋ ਇਸ ਦਾ ਜਿੱਥੇ ਤੱਕ ਮੈਨੂੰ ਲੱਗਦਾ ਹੈ ਵਿਧਾਨਪਾਲਿਕਾ ਦੋਸਤੋ ਉਹੀ ਜਿਹੜੀ ਸਰਕਾਰ ਆ, ਠੀਕ ਹੈ ਜੀ,
मतलब ਜਿਹੜੇ ਹੈਗੇ ਚੁਣੇ ਹੋਏ ਬੰਦੇ ਨੇ, ਠੀਕ ਹੈ ਜੀ, ਅਤੇ ਜਿਹੜੇ ਸਰਕਾਰ ਚਲਾਉਂਦੇ ਨੇ, ਠੀਕ ਹੈ। ਅਤੇ ਦੋਸਤੋ ਨਿਆਂਪਾਲਿਕਾ ਮਤਲਬ ਜਿਹੜੇ ਹੈਗੇ ਕੋਰਟ ਵਗੈਰਾ ਹੋ ਗਏ, ਜਿਵੇਂ ਕਿ ਜਿਨ੍ਹਾਂ ਨੇ ਮਤਲਬ ਉਹ ਕਰਨਾ ਵਾ, ਮਤਲਬ ਅਗਰ ਕਿਸੇ ਦੇ ਨਾਲ ਗਲਤ ਹੁੰਦਾ ਵਾ ਤਾਂ ਕੋਰਟ ਦੇ ਵਿੱਚ ਨਹੀਂ ਜਾਂਦਾ ਹੈਗਾ, ਠੀਕ ਹੈ ਜੀ। ਜਿਵੇਂ ਸੁਪਰੀਮ ਕੋਰਟ ਆ ਉਹ ਨਿਆਂਪਾਲਿਕਾ ਹੀ ਹੋ ਗਈ ਇੱਕ ਤਰ੍ਹਾਂ ਤੋਂ, ਠੀਕ ਹੈ ਜੀ। ਤਾਂ ਦੋਸਤੋ ਇਹਨਾਂ ਦੇ ਵਿੱਚ ਜਿਹੜਾ ਹੈਗਾ ਗੂੜਾ ਸੰਬੰਧ ਹੁੰਦਾ ਵਾ ਜਾਂ ਨਹੀਂ ਹੁੰਦਾ ਵਾ, ਇਹਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਵਾ, ਠੀਕ ਹੈ ਜੀ। ਅਗਲਾ ਪ੍ਰਸ਼ਨ ਹੈਗਾ ਦੋਸਤੋ, ਭਾਰਤ ਵਿੱਚ ਰਾਸ਼ਟਰੀ ਰਾਜਨੀਤਿਕ ਦਲ ਨੂੰ ਚੋਣ ਨਿਸ਼ਾਨ ਰਾਸ਼ਟਰਪਤੀ ਦੁਆਰਾ ਦਿੱਤੇ ਜਾਂਦੇ ਹਨ। ਤਾਂ ਦੋਸਤੋ ਦੇਖੋ ਇਹ ਬਿਲਕੁਲ ਵੀ ਨਹੀਂ ਹੈ, ਕਿਉਂਕਿ ਦੋਸਤੋ ਜਿਹੜਾ ਹੈਗਾ ਭਾਰਤ ਵਿੱਚ ਜਿਹੜਾ ਹੈਗਾ ਰਾਜਨੀਤਿਕ ਦਲਾਂ ਨੂੰ ਜਿਹੜਾ ਹੈਗਾ ਚੋਣ ਨਿਸ਼ਾਨ ਮਿਲਦਾ ਵਾ, ਯਾਨੀ ਕਿ ਆਮ ਆਦਮੀ ਪਾਰਟੀ ਨੂੰ ਜਿਵੇਂ ਹੁਣ ਝਾੜੂ ਦਾ ਮਿਲਿਆ ਹੋਇਆ, ਠੀਕ ਹੈ ਜੀ। ਤਾਂ ਉਹ ਦੋਸਤੋ ਰਾਸ਼ਟਰਪਤੀ ਦੇ ਦੁਆਰਾ ਨਹੀਂ, ਇਲੈਕਸ਼ਨ ਕਮਿਸ਼ਨ ਜਿਹੜਾ ਵਾ ਨਾ ਆਪਣਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਠੀਕ ਹੈ ਜੀ, ਉਹਦੇ ਦੁਆਰਾ ਦਿੱਤਾ ਜਾਂਦਾ ਵਾ। ਅੱਗੇ ਦੋਸਤੋ ਇੱਕ ਦਲ ਪ੍ਰਣਾਲੀ ਵਾਲੇ ਕਿਸੇ ਇੱਕ ਦੇਸ਼ ਦਾ ਨਾਂ ਲਿਖੋ। ਤਾਂ ਦੋਸਤੋ ਸਭ ਤੋਂ ਵੱਡੀ ਐਗਜ਼ਾਮਪਲ ਚਾਈਨਾ ਵਾ, ਠੀਕ ਹੈ ਜੀ। ਚਾਈਨਾ ਹੋ ਗਿਆ, ਜਿਵੇਂ ਕਿ ਕੋਰੀਆ ਹੋ ਗਿਆ। ਇੱਥੇ ਦੋਸਤੋ ਕੀ ਹੈ ਕਿ ਇੱਕ ਦਲ ਪ੍ਰਣਾਲੀ ਹੀ ਚੱਲਦੀ ਹੈ। ਅੱਗੇ ਦੋਸਤੋ ਭਾਗ ਆੜਿਆ, ਠੀਕ ਹੈ ਜੀ। 2-2 ਅੰਕਾਂ ਵਾਲੇ ਪ੍ਰਸ਼ਨ ਹਨ। ਹਿੱਤ ਸਮੂਹ ਜਾਂ ਫਿਰ ਦਬਾਊ ਸਮੂਹ, ਦਬਾਊ ਸਮੂਹਾਂ ਦੇ 2 ਕਾਰਜ ਲਿਖੋ, ਠੀਕ ਹੈ ਜੀ। ਤਾਂ ਦੇਖਦੇ ਹਾਂ ਦੋਸਤੋ, ਇਹ ਸਭ ਤੋਂ ਪਹਿਲਾਂ ਦੇਖ ਲਓ ਦੋਸਤੋ, ਦਬਾਅ ਸਮੂਹ ਦੇ ਕੰਮ ਕੀ ਹਨ। ਤਾਂ ਦੇਖੋ ਦਬਾਅ ਸਮੂਹ ਸਰਕਾਰ ਲਈ ਦੋਸਤੋ ਜਿਹੜੀ ਹੈਗੀ ਆਲੋਚਨਾ ਦੇ ਇੱਕ ਜ਼ਿੰਮੇਵਾਰ ਸਰੋਤ ਵਜੋਂ ਜਿਹੜੇ ਹੈਗੇ ਰਾਜਨੀਤਿਕ ਪ੍ਰਣਾਲੀ ਲਈ ਨਾਗਰਿਕਾਂ ਅਤੇ ਸਰਕਾਰ ਵਿਚਾਰ ਜਿਹੜੀ ਹੈਗੀ ਆ ਸੰਚਾਰ ਦੇ ਸਾਧਨ ਵਜੋਂ ਅਤੇ ਸਮੂਹ ਮੈਂਬਰਾਂ ਲਈ ਆਪਣੇ ਵਿਚਾਰ ਪ੍ਰਗਟ ਕਰਨ ਦੇ ਇੱਕ ਜਿਹੜੀ ਹੈਗੀ ਆ ਜਮਹੂਰੀ ਸਾਧਨ ਵਜੋਂ ਕੰਮ ਕਰਦੇ ਹਨ, ਠੀਕ ਹੈ ਜੀ। ਅਤੇ ਅੱਗੇ ਦੋਸਤੋ ਆਪਣਾ ਜਿਹੜਾ ਹੈਗਾ ਤੁਹਾਡਾ ਹਿੱਤ ਸਮੂਹੀ, ਠੀਕ ਹੈ ਜੀ। ਹਿੱਤ ਇਹਦੇ ਨਾਲ ਕੀ ਸੀਗਾ ਦੇਖ ਲਓ, ਹਾਂਜੀ ਹਿੱਤ ਸਮੂਹ ਕੀ ਹੁੰਦੇ ਹਨ ਤਾਂ ਵੀ ਦੇਖ ਲੈਂਦੇ ਹਾਂ ਦੋਸਤੋ। ਤਾਂ ਦੇਖੋ ਦੋਸਤੋ ਇਹਦੇ ਵਿੱਚ ਹੈ ਕਿ ਉਹਨਾਂ ਦੇ ਮੈਂਬਰਾਂ ਦੇ ਹਿੱਤਾਂ ਜਾਂ ਫਿਰ ਚਿੰਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਜਾਂਦੇ ਹਨ, ਠੀਕ ਹੈ ਜੀ। ਉਹ ਮੁੱਖ ਤੌਰ 'ਤੇ ਜਨਤਕ ਨੀਤੀ ਨੂੰ ਜਿਹੜਾ ਹੈਗਾ ਪ੍ਰਭਾਵਿਤ ਕਰਨ ਨਾਲ ਸੰਬੰਧਿਤ ਹਨ, ਕਿਉਂਕਿ ਇੱਕ ਮੁੱਖ ਕਾਰਜ ਰਾਜਨੀਤਿਕ ਫੈਸਲੇ ਲੈਣ ਵਾਲਿਆਂ 'ਤੇ ਦਬਾਅ ਪਾਉਣਾ ਹੈ, ਠੀਕ ਹੈ ਜੀ। ਹਿੱਤ ਸਮੂਹ ਨੂੰ ਕਈ ਵਾਰੀ ਜਿਹੜਾ ਹੈਗਾ ਦਬਾਅ ਜਾਂ ਫਿਰ ਲਾਭੀ ਸਮੂਹ ਵੀ ਜਿਹੜਾ ਹੈਗਾ ਵਾ ਕਿਹਾ ਜਾਂਦਾ ਹੈ, ਯਾਨੀ ਕਿ ਦੋਸਤੋ ਆਹ ਦੋਨੋਂ ਹੀ ਚੀਜ਼ ਇੱਕ ਹੀ ਬਣ ਜਾਂਦੀਆਂ ਹਨ, ਹਿੱਤ ਸਮੂਹ ਜਾਂ ਫਿਰ ਦਬਾਊ ਸਮੂਹ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਅਗਲਾ ਪ੍ਰਸ਼ਨ, ਥੋੜ੍ਹਾ ਜਿਹਾ ਇਹਦੇ ਵਿੱਚ ਦੇਖ ਲੈਣਾ ਹੋਰ ਕੁਛ ਤਾਂ ਨਹੀਂ ਲਿਖਿਆ, ਨਹੀਂ, ਠੀਕ ਹੈ ਜੀ। ਅਤੇ ਹਾਂਜੀ, ਤਾਂ ਦੋਸਤੋ ਇੱਕ ਹੋਰ ਵੀ ਕੁਐਸਚਨ ਸੀਗਾ ਨਾ ਉੱਪਰ, ਰਾਜਨੀਤਿਕ ਦਲਾਂ ਦੇ ਦੋਸਤੋ ਜਿਵੇਂ ਕਿ ਹੈਗੇ ਉਹ ਸਿੱਖਿਆ ਅਦਾ ਕਰਦੀ ਹੈ ਕਿ ਨਹੀਂ। ਤਾਂ ਦੇਖ ਸਕਦੇ ਹੋ ਕਿ ਰਾਜਨੀਤਿਕ ਦਲ ਜਿਹੜਾ ਹੈਗਾ ਇਹ ਰਾਜਨੀਤਿਕ ਸਿੱਖਿਆ ਦਿੰਦੇ ਹਨ, ਠੀਕ ਹੈ ਜੀ। ਰਾਜਨੀਤਿਕ ਸਿੱਖਿਆ ਵੀ ਦਿੰਦੇ ਹਨ। ਤਾਂ ਇਹਦਾ ਆਨਸਰ ਥੋੜ੍ਹਾ ਜਿਹਾ ਇੱਥੇ ਤੁਸੀਂ ਮਿਲਾ ਸਕਦੇ ਹੋ, ਠੀਕ ਹੈ ਜੀ। ਆਹ ਵਾਲਾ ਇੱਥੇ ਸੀਗਾ ਪ੍ਰਸ਼ਨ, ਸ਼ਾਇਦ ਆ ਰਿਹਾ ਦੋਸਤੋ, ਕਿੱਥੇ ਸੀਗਾ, ਹਾਂਜੀ ਪ੍ਰਸ਼ਨ, ਹਾਂਜੀ ਆਹੀ ਪ੍ਰਸ਼ਨ ਸੀਗਾ ਕਿ ਰਾਜਨੀਤਿਕ ਦਲ ਲੋਕਾਂ ਨੂੰ ਰਾਜਨੀਤਿਕ ਜਿਹੜੀ ਹੈਗੀ ਸਿੱਖਿਆ ਪ੍ਰਦਾਨ ਕਰਦੇ ਹਨ। ਤਾਂ ਦੋਸਤੋ ਇੱਥੇ ਠੀਕ ਹੋ ਸਕਦਾ ਵਾ ਮੇਰੇ ਅਕੋਰਡਿੰਗ, ਕਿਉਂਕਿ ਦੋਸਤੋ ਇੱਥੇ ਦੇਖੋ ਇਹਦਾ ਜਿਹੜਾ ਹੈਗਾ ਕਾਰਜ ਵੀ ਲਿਖਿਆ ਗਿਆ ਵਾ ਕਿ ਇਹ ਰਾਜਨੀਤਿਕ ਸਿੱਖਿਆ ਦਿੰਦੇ ਹਨ, ਕਿਹੜੇ ਰਾਜਨੀਤਿਕ ਦਲ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈਗਾ ਕਿ ਰਾਜਨੀਤਿਕ ਦਲਾਂ ਦੇ ਜਿਹੜੇ ਹੈਗੇ 2 ਕੰਮ ਲਿਖੋ, ਠੀਕ ਹੈ ਜੀ। ਤਾਂ ਇਸ ਦਾ ਦੇਖ ਲੈਂਦੇ ਹਾਂ। ਰਾਜਨੀਤਿਕ ਦਲਾਂ ਦੇ ਦੋਸਤੋ ਜਿਹੜੇ ਹੈਗੇ ਕੋਈ 4 ਕੰਮ ਇੱਥੇ ਦੱਸੇ ਹਨ, ਆਪਾਂ 2 ਹੀ ਕਰਨੇ ਹਨ। ਇਹ ਲੋਕ ਮਤ ਬਣਾਉਂਦੇ ਹਨ, ਠੀਕ ਹੈ ਜੀ। ਇਹ ਰਾਜਨੀਤਿਕ ਸਿੱਖਿਆ ਦਿੰਦੇ ਹਨ। ਇਹ ਉਮੀਦਵਾਰ ਚੁਣਨ ਵਿੱਚ ਮਦਦ ਕਰਦੇ ਹਨ। ਇਹ ਲੋਕਾਂ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਉਂਦੇ ਹਨ। ਇਹ ਰਾਸ਼ਟਰੀ ਹਿੱਤਾਂ ਨੂੰ ਦੋਸਤੋ ਜਿਹੜੀ ਹੈਗੀ ਮਹੱਤਤਾ ਦਿੰਦੇ ਹਨ। ਅਗਲਾ ਪ੍ਰਸ਼ਨ ਹੈ ਕਿ ਦੋਸਤੋ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ 2 ਰੁਕਾਵਟਾਂ ਜਿਹੜੀਆਂ ਹੈਗੀਆਂ ਲਿਖੋ। ਤਾਂ ਦੇਖਦੇ ਹਾਂ ਦੋਸਤੋ ਇਸ ਦਾ ਆਨਸਰ। ਤਾਂ ਦੇਖੋ ਸਭ ਤੋਂ ਪਹਿਲਾਂ ਹੈਗਾ ਜਾਤੀਵਾਦ, ਠੀਕ ਹੈ ਜੀ। ਜਾਤ ਪਾਤ ਅਤੇ ਵੱਡੇ ਸਮਾਜ ਅਤੇ ਢਾਂਚੇ ਨੇ ਲੋਕਾਂ ਨੂੰ ਏਕਤਾ ਵਿੱਚ ਵਿਕਸਿਤ ਕਰਨ ਦੀ ਭਾਵਨਾ ਨੂੰ ਵਿਗਾੜ ਦਿੱਤਾ ਹੈ। ਅੱਗੇ ਦੋਸਤੋ ਆਪਣਾ ਫਿਰਕਾ ਪ੍ਰਸਤੀ, ਸਮਾਜ ਧਰਮ ਦੇ ਆਧਾਰ 'ਤੇ ਦੋਸਤੋ ਭਾਈਚਾਰੇ ਵਿੱਚ ਵੰਡਿਆ ਜਾਂਦਾ ਹੈ। ਉਹਨਾਂ ਵਿੱਚ ਆਪਸੀ ਕਲੇਸ਼, ਦੰਗੇ ਅਤੇ ਜਿਹੜੇ ਕਿ ਗੜਬੜ ਦਾ ਕਾਰਨ ਬਣਦਾ ਹੈ, ਠੀਕ ਹੈ ਜੀ। ਤਾਂ ਇਹ ਹੋ ਗਏ 2। ਅੱਗੇ ਦੋਸਤੋ ਭਾਰਤੀ ਦੀ ਵਿਸ਼ੇਸ਼ ਨੀਤੀ ਦੀਆਂ 2 ਵਿਸ਼ੇਸ਼ਤਾਵਾਂ। ਤਾਂ ਦੋਸਤੋ ਭਾਰਤੀ ਵਿਦੇਸ਼ ਨੀਤੀ ਯਾਨੀ ਕਿ ਫੋਰਨ ਪੋਲਿਸੀ, ਤਾਂ ਭਾਰਤੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਇੱਕ ਦੂਜੇ ਦੀ ਖੇਤਰੀ ਅਤੇ ਅਖੰਡਤਾ ਅਤੇ ਜਿਹੜੀ ਹੈਗੀ ਦੋਸਤੋ ਆਪਣੀ ਪ੍ਰਭੂਸੱਤਾ ਲਈ ਦੋਸਤੋ ਆਪਸੀ ਸਤਿਕਾਰ, ਇੱਕ ਦੂਜੇ ਦੇ ਖਿਲਾਫ ਗੈਰ ਹਮਲਾਵਰ, ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣਾ, ਠੀਕ ਹੈ ਜੀ। ਤਾਂ ਇਹ ਤੁਹਾਡਾ ਫੋਰਨ ਪੋਲਿਸੀ ਯਾਨੀ ਕਿ ਭਾਰਤ ਦੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਹਨ। ਅੱਗੇ ਦੋਸਤੋ ਆਪਣਾ ਚੋਣ ਬੋਰਡ ਜਾਂ ਫਿਰ ਇਲੈਕਟੋਰਲ ਬੌਂਡਸ ਕੀ ਹੁੰਦੇ ਹਨ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਵੀ ਦੇਖ ਲੈਂਦੇ ਹਾਂ। ਤਾਂ ਦੋਸਤੋ ਦੇਖੋ ਇਲੈਕਟ੍ਰੋਨ ਬੌਂਡ ਜਿਹੜੇ ਹੈਗੇ ਆ, ਠੀਕ ਹੈ ਜੀ, ਉਹ ਪ੍ਰਾਇਮਰੀ ਨੋਟ ਅਤੇ ਵਿਆਜ ਮੁਕਤ ਬੈਂਕਿੰਗ ਸਾਧਨ ਦੀ ਜਿਹੜੀ ਹੈਗੀ ਪ੍ਰਕਿਰਤੀ ਵਿੱਚ ਇੱਕ ਧਾਰਕ ਸਾਧਨ ਹੋਵੇਗਾ। ਭਾਰਤ ਦਾ ਨਾਗਰਿਕ ਜਾਂ ਫਿਰ ਭਾਰਤ ਵਿੱਚ ਸ਼ਾਮਿਲ ਸੰਸਥਾ ਬੌਂਡ ਖਰੀਦਣ ਦੇ ਯੋਗ ਹੋਵੇਗੀ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਹੈਗਾ ਕਿ ਭਾਰਤ ਅਤੇ ਨੇਪਾਲ ਸੰਬੰਧਾਂ ਦੇ ਮੌਜੂਦਾ ਸਥਿਤੀ ਦੇ 2 ਸ਼ਬਦ ਲਿਖੋ। ਤਾਂ ਦੋਸਤੋ ਮੌਜੂਦਾ ਦੀ ਗੱਲ ਕਰੀਏ ਤਾਂ ਭਾਰਤ ਅਤੇ ਨੇਪਾਲ ਵਿਚਕਾਰ ਮੌਜੂਦਾ ਸੰਬੰਧ ਕੀ ਹਨ। ਤਾਂ ਦੇਖੋ ਨਜ਼ਦੀਕੀ ਗੁਆਂਢੀ ਹੋਣ ਦੇ ਨਾਤੇ ਭਾਰਤ ਅਤੇ ਨੇਪਾਲ ਦੋਸਤੀ ਅਤੇ ਸਹਿਯੋਗ ਦੇ ਵਿਲੱਖਣ ਸੰਬੰਧਾਂ ਨੂੰ ਸਾਂਝਾ ਕਰਦੇ ਹਨ, ਜਿਸ ਦੀ ਵਿਸ਼ੇਸ਼ਤਾ ਖੁੱਲ੍ਹੀ ਸਰਹੱਦ ਅਤੇ ਡੂੰਘੇ ਲੋਕਾਂ ਦੇ ਸੰਬੰਧ ਅਤੇ ਸੱਭਿਆਚਾਰ ਦੇ ਸੰਪੂਰਨ ਸੰਪਰਕਾਂ ਦੁਆਰਾ ਦਰਸਾਈ ਜਾਂਦੀ ਹੈ। ਸਰਹੱਦ ਪਾਰ ਤੋਂ ਲੋਕਾਂ ਦੀ ਜਿਹੜੀ ਹੈਗੀ ਆ ਸੁਤੰਤਰ ਜਿਹੜੀ ਹੈਗੀ ਆਵਾਜਾਈ ਦੀ ਪੁਰਾਣੀ ਪਰੰਪਰਾ ਰਹੀ ਹੈ, ਠੀਕ ਹੈ, ਯਾਨੀ ਕਿ ਵਧੀਆ ਹੀ
हैगे आ संबंध किहदे नाल अपने नेपाल दे नाल। ठीक है, अगे दोस्तों भाग ईडी तां दोस्तों 4-4 अंकां वाले प्रश्न हैं। तां देखो दोस्तों सब तो पहला कि पंचशील सिद्धांत ते नोट लिखो। ठीक है जी, पंचशील ते सिद्धांत ते नोट लिखो। तो दोस्तों देखो पंचशील दे सिद्धांतां दा वर्णन तां 29 अप्रैल 1954 ठीक है जी ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ ਦੀ ਦਿੱਲੀ ਵਿੱਚ ਸਾਂਝੀ ਬੈਠਕ ਹੋਈ। ਇਸ ਬੈਠਕ ਵਿੱਚ ਉਹਨਾਂ ਨੇ ਆਪਸੀ ਸੰਬੰਧਾਂ ਨੂੰ 5 ਸਿਧਾਂਤਾਂ ਦੇ ਅਨੁਸਾਰ ਢਾਲਣ ਦਾ ਫੈਸਲਾ ਕੀਤਾ। ਇਹਨਾਂ ਹੀ 5 ਸਿਧਾਂਤਾਂ ਨੂੰ ਪੰਚਸ਼ੀਲ ਆਖਿਆ ਜਾਂਦਾ ਹੈ। ਇਹ 5 ਸਿਧਾਂਤ ਹੇਠ ਲਿਖੇ ਹਨ। ਅੱਗੇ ਪਹਿਲਾ ਪੁਆਇੰਟ ਹੈਗਾ ਦੋਸਤੋ ਪਰਸਪਰ ਪ੍ਰਭੂਸੱਤਾ ਅਤੇ ਏਕਤਾ ਦਾ ਆਦਰ, ਇੱਕ ਦੂਸਰੇ ਉੱਤੇ ਹਮਲਾ ਨਾ ਕਰਨਾ, ਇੱਕ ਦੂਸਰੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਾ ਕਰਨੀ, ਸਮਾਨਤਾ ਅਤੇ ਦੋਸਤੋ ਪਰਸਪਰ ਸਹਿਯੋਗ, ਸ਼ਾਂਤਮਈ ਸਹਿ ਹੋਂਦ। ਠੀਕ ਹੈ ਜੀ, ਤਾਂ ਇਹ ਇਸ ਦੇ ਆਨਸਰ ਹੋ ਗਿਆ। ਅੱਗੇ ਦੋਸਤੋ ਆਪਣਾ ਪੰਚਾਇਤੀ ਰਾਜ ਪ੍ਰਣਾਲੀ ਦੀਆਂ 4 ਵਿਸ਼ੇਸ਼ਤਾਵਾਂ ਲਿਖੋ। ਤਾਂ ਦੋਸਤੋ ਦੇਖਦੇ ਹਾਂ ਪੰਚਾਇਤੀ ਰਾਜ। ਤਾਂ ਦੇਖੋ ਦੋਸਤੋ ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦੀਆਂ 5 ਵਿਸ਼ੇਸ਼ਤਾਵਾਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਪੇਂਡੂ ਸਥਾਨਕ ਸਰਕਾਰਾਂ ਨੂੰ ਦੋਸਤੋ ਪੰਚਾਇਤੀ ਰਾਜ ਵਜੋਂ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਪੇਂਡੂ PRI ਪੇਂਡੂ ਆਧਾਰਿਤ ਹੈ। ਹਰੇਕ ਪਿੰਡ ਵਿੱਚ ਗ੍ਰਾਮ ਪੰਚਾਇਤ ਹੁੰਦੀ ਹੈ। ਤੀਸਰਾ, ਇਸ ਵਿੱਚ ਪੰਚ ਅਤੇ ਇੱਕ ਸਰਪੰਚ ਹੁੰਦਾ ਹੈ। ਚੌਥਾ ਪੁਆਇੰਟ, ਉਹ ਉਸ ਨੂੰ ਪਿੰਡ ਵਿੱਚ ਰਹਿ ਰਹੀ ਬਾਲਗ ਆਬਾਦੀ ਦੁਆਰਾ ਸਿੱਧੇ ਤੌਰ 'ਤੇ ਚੁਣਿਆ ਜਾਂਦਾ ਹੈ। ਪੰਚਾਇਤ ਗ੍ਰਾਮ ਸਭਾ ਦੇ ਜਿਹੜਾ ਹੈਗਾ ਅਧੀਨ ਕੰਮ ਕਰਦੀ ਹੈ। ਸਾਰੇ ਵੋਟਰ ਸਾਲ ਵਿੱਚ ਘੱਟੋ ਘੱਟ 2 ਜਾਂ ਫਿਰ 3 ਵਾਰ ਜਿਹੜੇ ਹੈਗੇ ਮਿਲਦੇ ਹਨ। ਕੁਝ ਗ੍ਰਾਮ ਪੰਚਾਇਤਾਂ ਪੰਚਾਇਤ ਸਮਿਤੀ ਜਾਂ ਫਿਰ ਬਲਾਕ ਜਾਂ ਫਿਰ ਮੰਡਲ ਬਣਾਉਂਦੀਆਂ ਹਨ। ਠੀਕ ਹੈ ਜੀ, ਤਾਂ ਇਹ ਆਨਸਰ ਇਸ ਦਾ ਹੋ ਗਿਆ। ਅੱਗੇ ਦੋਸਤੋ ਦਲ ਪ੍ਰਣਾਲੀ ਦੀਆਂ ਕਿਸਮਾਂ। ਠੀਕ ਹੈ ਜੀ, ਤਾਂ ਦੇਖਦੇ ਆ ਦਲ ਪ੍ਰਣਾਲੀ ਦੀਆਂ ਕਿਸਮਾਂ। ਤਾਂ ਦੋਸਤੋ ਪਾਰਟੀ ਸਿਸਟਮ ਦੀਆਂ 3 ਕਿਸਮਾਂ ਹੀ ਕੀ ਹਨ। ਤਾਂ ਦੋਸਤੋ ਪਾਰਟੀ ਪ੍ਰਣਾਲੀ ਦੀਆਂ 3 ਕਿਸਮਾਂ, ਜਿਵੇਂ ਕਿ ਇੱਕ ਪਾਰਟੀ ਪ੍ਰਣਾਲੀ, 2 ਪਾਰਟੀ ਸਿਸਟਮ, ਠੀਕ ਹੈ ਜੀ, ਅਤੇ ਬਹੁ ਪਾਰਟੀ ਸਿਸਟਮ, ਜੋ ਕਿ ਇਹ 3 ਕਿਸਮਾਂ ਹੀ ਹੁੰਦੀਆਂ ਹਨ। ਠੀਕ ਹੈ ਜੀ, ਅਤੇ ਹੁਣ ਅਗਲਾ ਹੈ ਦੋਸਤੋ ਆਪਣਾ ਕਿ ਸਥਾਈ ਕਾਰਜਪਾਲਿਕਾ ਅਤੇ ਰਾਜਨੀਤਿਕ ਕਾਰਜਪਾਲਿਕਾ ਵਿੱਚ ਅੰਤਰ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਦੇਖ ਲੈਂਦੇ ਹਾਂ 11ਵੇਂ ਦਾ। ਠੀਕ ਹੈ ਜੀ, ਇੱਕ ਤਾਂ ਹੈਗਾ ਆਪਣਾ ਰਾਜਨੀਤਿਕ ਕਾਰਜਕਾਰੀ ਅਤੇ ਅੱਗੇ ਦੋਸਤੋ ਹੈਗਾ ਆਪਣਾ ਸਥਾਈ ਕਾਰਜਕਾਰੀ। ਤਾਂ ਦੋਸਤੋ ਰਾਜਨੀਤਿਕ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਕਿ ਉਹ ਲੋਕ ਦੁਆਰਾ ਚੁਣੇ ਗਏ ਅਤੇ ਇਸ ਲਈ ਉਹ ਲੋਕ ਪ੍ਰਤੀ ਜਵਾਬਦੇਹ ਹਨ। ਠੀਕ ਹੈ ਜੀ, ਆਹ ਲੋਕਾਂ ਦੁਆਰਾ ਹੀ ਚੁਣੇ ਜਾਂਦੇ ਹਨ। ਪੋਲੀਟੀਕਲ ਪਾਰਟੀਜ਼ ਦੇ ਜਿਹੜੇ ਮੈਂਬਰ ਹੁੰਦੇ ਆ, ਜਿਵੇਂ ਕਿ ਪ੍ਰਾਈਮ ਮਿਨਿਸਟਰ ਮੋਦੀ ਹੋ ਗਏ ਆਪਣੇ, ਠੀਕ ਹੈ ਜੀ, ਅਤੇ ਆਪਣੇ ਚੀਫ ਮਿਨਿਸਟਰ ਪੰਜਾਬ ਦੇ, ਠੀਕ ਹੈ, ਆਪਣੇ ਭਗਵੰਤ ਮਾਨ ਜੀ ਹੋ ਗਏ। ਤਾਂ ਇਹ ਲੋਕਾਂ ਦੁਆਰਾ ਹੀ ਚੁਣੇ ਜਾਂਦੇ ਹਨ। ਤਾਂ ਇਹ ਲੋਕਾਂ ਲਈ ਹੀ ਮਤਲਬ ਜਵਾਬਦੇਹ ਹੋਣਗੇ ਕਿ ਹਾਂ ਅਸੀਂ ਤੁਹਾਨੂੰ ਇਹ ਕੰਮ ਕਰਨ ਨੂੰ ਕਿਹਾ ਸੀਗਾ, ਤੁਸੀਂ ਇਹ ਕੰਮ ਕਰੋ। ਅਤੇ ਦੋਸਤੋ ਜਿਹੜਾ ਕਿ ਸਥਾਈ ਕਾਰਜਕਾਰ ਇਹ ਹੈ ਦੋਸਤੋ ਉਹ ਸਰਕਾਰ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ। ਇਸ ਲਈ ਦੋਸਤੋ ਉਹ ਰਾਜਨੀਤਿਕ ਅਧਿਕਾਰੀਆਂ ਦੇ ਅਧੀਨ ਕੰਮ ਕਰਦੇ ਹਨ, ਜਿਵੇਂ ਕਿ ਸਰਕਾਰੀ ਨੌਕਰੀ ਵਾਲੇ, ਜਿਵੇਂ ਕਿ ਕੋਈ ਬਿਜਲੀ ਮਹਿਕਮੇ ਦੇ ਵਿੱਚ ਕੰਮ ਕਰਦਾ ਵਾ, ਕੋਈ ਜਲ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ। ਠੀਕ ਹੈ ਜੀ, ਤਾਂ ਵੱਖ-ਵੱਖ ਡਿਪਾਰਟਮੈਂਟ ਜਿਹੜੇ ਪੰਜਾਬ ਦੇ ਨੇ, ਠੀਕ ਹੈ ਜੀ, ਉਹਦੇ ਵਿੱਚ ਜਿਹੜੇ ਕੰਮ ਕਰਦੇ ਆ ਉਹ ਦੋਸਤੋ ਸਥਾਈ ਕਾਰਜਕਾਰੀ ਦੇ ਵਿੱਚ ਆਉਣਗੇ। ਦੂਸਰਾ ਪੁਆਇੰਟ ਦੋਸਤੋ ਉਹ ਕਾਨੂੰਨ ਅਤੇ ਨੀਤੀਆਂ ਦੇ ਨਿਰਮਾਤਾ ਹਨ। ਠੀਕ ਹੈ ਜੀ, ਜਿਹੜੇ ਰਾਜਨੀਤਿਕ ਵਾਲੇ ਹਨ। ਅਤੇ ਦੋਸਤੋ ਉਹ ਅਤੇ ਦੂਸਰਾ ਇਹਦੇ ਵਿੱਚ ਜਿਹੜੇ ਹੈਗੇ ਸਥਾਈ ਵਾਲੇ ਜਿਹੜੇ ਨੌਕਰੀ ਕਰਦੇ ਆ ਉਹ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਇੰਚਾਰਜ ਹਨ। ਅਤੇ ਤੀਸਰਾ ਪੁਆਇੰਟ ਦੋਸਤੋ ਉਹ ਲੋਕ ਦੁਆਰਾ ਜਿਹੜੇ ਹੈਗਾ ਚੁਣੇ ਗਏ ਅਤੇ ਜਿਹੜੀਆਂ ਅਗਲੀਆਂ ਚੋਣਾਂ ਵਿੱਚ ਬਦਲੇ ਜਾ ਸਕਦੇ ਹਨ, ਜਿਵੇਂ ਕਿ 5 ਸਾਲ ਬਾਅਦ ਸਰਕਾਰ ਬਦਲ ਜਾਂਦੀ ਹੈ। ਠੀਕ ਹੈ ਜੀ, ਅਤੇ ਇਹਦੇ ਵਿੱਚ ਦੋਸਤੋ ਉਹ ਸਥਾਈ ਹਨ ਅਤੇ ਦੋਸਤੋ ਸੱਤਾਧਾਰੀ ਪਾਰਟੀ ਬਦਲਣ ਦੇ ਬਾਵਜੂਦ ਵੀ ਅਹੁਦੇ 'ਤੇ ਬਣੇ ਹੀ ਰਹਿੰਦੇ ਹਨ। ਅਗਰ ਕੋਈ ਸਰਕਾਰੀ ਨੌਕਰੀ ਕਰ ਰਿਹਾ ਵਾ, ਠੀਕ ਹੈ ਜੀ, ਮੰਨ ਕੇ ਚਲੋ ਕੋਈ ਡਿਪਾਰਟਮੈਂਟ, ਜਿਵੇਂ ਕਿ ਤੁਹਾਡੀ ਸਰਕਾਰੀ ਨੌਕਰੀ ਲੱਗ ਗਈ ਹੁਣ, ਜਿਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ, ਤਾਂ ਤੁਸੀਂ ਹਜੇ ਵੀ ਕੰਮ ਕਰੋਗੇ ਆਪਣੀ ਮਤਲਬ ਸਰਕਾਰੀ ਨੌਕਰੀ ਕਰੋਗੇ। ਅਤੇ ਹੁਣ 5 ਸਾਲ ਬਾਅਦ ਦੋਸਤੋ ਜਦੋਂ ਆਮ ਆਦਮੀ ਪਾਰਟੀ ਬਦਲ ਜਾਏਗੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਆ ਜਾਏਗੀ ਜਾਂ ਕਾਂਗਰਸ ਆ ਜਾਏਗੀ, ਤਾਂ ਤੁਸੀਂ ਉਦੋਂ ਵੀ ਕੰਮ ਕਰਦੇ ਰਹੋਗੇ। ਠੀਕ ਹੈ ਜੀ, ਤਾਂ ਇਹ ਤਾਂ ਦੋਸਤੋ ਚੇਂਜ ਹੁੰਦੀਆਂ ਰਹਿੰਦੀਆਂ ਹਨ, ਬਟ ਇਹ ਦੋਸਤੋ ਚੇਂਜ ਨਹੀਂ ਹੁੰਦੀਆਂ ਰਹਿੰਦੀਆਂ। ਠੀਕ ਹੈ ਜੀ, ਅਤੇ ਮਤਲਬ ਇਹ ਆਪਣੇ ਕੰਮ ਕਰਦੇ ਹੀ ਰਹਿੰਦੇ ਹਨ, ਪਾਰਟੀ ਜੋ ਮਰਜ਼ੀ ਆਵੇ। ਅਤੇ ਚੌਥਾ ਪੁਆਇੰਟ ਦੋਸਤੋ ਉਹ ਸਰਕਾਰ ਬਦਲਣ ਨਾਲ ਬਦਲ ਜਾਂਦੇ ਹਨ। ਠੀਕ ਹੈ ਜੀ, ਇਹ ਮਤਲਬ ਸਰਕਾਰ ਬਦਲਣ ਨਾਲ ਦੋਸਤੋ ਇਹ ਬਦਲ ਜਾਂਦੇ ਹਨ। ਠੀਕ ਹੈ ਜੀ, ਹੁਣ ਓਪੋਜੀਸ਼ਨ ਦੇ ਵਿੱਚ ਚੱਲ ਜਾਣਗੇ। ਅਗਰ ਆਮ ਆਦਮੀ ਪਾਰਟੀ ਅਗਰ ਹਾਰ ਜਾਂਦੀ ਹੈ ਅਗਲੇ ਵਾਰ, ਠੀਕ ਹੈ ਜੀ, ਜਦੋਂ ਵੀ ਵੋਟਾਂ ਹੋਈਆਂ ਪੰਜਾਬ ਦੀਆਂ, ਠੀਕ ਹੈ ਜੀ, ਤਾਂ ਉਹ ਓਪੋਜੀਸ਼ਨ ਦੇ ਵਿੱਚ ਚੱਲ ਜਾਂਦੇ ਆ। ਅਤੇ ਇਹ ਦੋਸਤੋ ਉਹ ਸਰਕਾਰ ਬਦਲਣ ਨਾਲ ਨਹੀਂ ਬਦਲਦੇ, ਮਤਲਬ ਸੇਮ ਰਹਿੰਦੇ ਆ, ਮਤਲਬ ਉਹ ਆਪਣੀ ਜਗ੍ਹਾ ਹੀ ਕੰਮ ਕਰਨਗੇ। ਜਿਹੜਾ ਬੰਦਾ ਜਿਹੜੇ ਡਿਪਾਰਟਮੈਂਟ ਜਿਸ ਨੂੰ ਮਿਲਿਆ ਹੈ, ਕਿਉਂਕਿ ਇਹ ਸਰਕਾਰੀ ਨੌਕਰੀ ਹੈ, ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ। ਠੀਕ ਹੈ, ਅਤੇ ਇਸ ਤੋਂ ਬਾਅਦ ਦੋਸਤੋ ਆਹ ਤੁਹਾਡਾ ਹੋ ਗਿਆ। ਅਤੇ ਹੁਣ ਅਗਲਾ ਦੇਖ ਲੈਂਦੇ ਹਾਂ ਦੋਸਤੋ ਆਪਣਾ ਕਿ ਰਾਜਨੀਤਿਕ ਪ੍ਰਣਾਲੀਆਂ ਦੀ 4 ਵਿਸ਼ੇਸ਼ਤਾਵਾਂ ਲਿਖੋ। ਤਾਂ ਦੋਸਤੋ ਦੇਖਦੇ ਹਾਂ। ਹਾਂਜੀ, ਤਾਂ ਰਾਜਨੀਤਿਕ ਪ੍ਰਣਾਲੀ ਦੀਆਂ ਪਹਿਲਾਂ 2 ਵਿਸ਼ੇਸ਼ਤਾਵਾਂ ਦੇਖ ਲੈਂਦੇ ਹਾਂ। ਰਾਜਨੀਤਿਕ ਪ੍ਰਣਾਲੀ ਮਨੁੱਖਾਂ ਸੰਬੰਧਾਂ ਦਾ ਦੋਸਤੋ ਸਥਾਈ ਨਮੂਨਾ ਹੈ। ਰਾਜਨੀਤਿਕ ਪ੍ਰਣਾਲੀਆਂ ਕੋਲ ਆਪਣੀ ਇੱਛਾ ਨੂੰ ਮਨਵਾਉਣ ਵਾਲੀਆਂ ਜਿਹੜੀਆਂ ਹੈਗੀਆਂ ਦੋਸਤੋ ਉਚਿਤ ਪੂਰਨ ਜਬਰੀ ਸ਼ਕਤੀ ਹੁੰਦੀ ਹੈ। ਠੀਕ ਹੈ ਜੀ, ਹੋਰ 4 ਪੁੱਛਿਆ ਸੀਗਾ, ਆਪਾਂ 2 ਕਰ ਲਏ, 2 ਹੋਰ ਦੇਖ ਲੈਂਦੇ ਹਾਂ। ਰਾਜਨੀਤਿਕ ਪ੍ਰਣਾਲੀ ਦਾ ਦੋਸਤੋ ਸਰਵ ਵਿਆਪਕਤਾ ਹੈ। ਠੀਕ ਹੈ ਜੀ, ਉਪ ਪ੍ਰਣਾਲੀਆਂ ਦੀ ਹੋਂਦ। ਠੀਕ ਹੈ ਜੀ, ਤਾਂ ਆ ਵੀ ਇਸ ਦੀਆਂ ਵਿਸ਼ੇਸ਼ਤਾਵਾਂ ਹੋ ਗਈਆਂ, 4 ਹੋ ਗਈਆਂ, ਚਾਰੋਂ ਆਪਾਂ ਕਰ ਲਈਆਂ। ਅੱਗੇ ਦੋਸਤੋ ਆਪਣਾ ਲੋਕਤੰਤਰ ਦੀਆਂ 4 ਸਮੱਸਿਆਵਾਂ ਕਿਹੜੀਆਂ ਹਨ, ਤਾਂ ਦੇਖ ਲੈਂਦੇ ਹਾਂ ਦੋਸਤੋ। ਲੋਕਤੰਤਰ ਜਾਂ ਫਿਰ ਭਾਰਤ ਦੀ ਲੋਕਤੰਤਰ ਦੀਆਂ 4 ਸਮੱਸਿਆਵਾਂ ਉੱਤੇ ਨੋਟ ਲਿਖੋ। ਤਾਂ ਦੇਖੋ ਲੋਕਤੰਤਰ ਤੋਂ ਭਾਵ ਲੋਕਾਂ
ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਭਾਰਤੀ ਲੋਕਤੰਤਰ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਗਰੀਬੀ, ਠੀਕ ਹੈ ਜੀ। ਗਰੀਬੀ ਲੋਕਤੰਤਰ ਦੇ ਰਸਤੇ ਵਿੱਚ ਇੱਕ ਵੱਡੀ ਰੁਕਾਵਟ ਹੈ। ਗਰੀਬੀ ਵਿਅਕਤੀ ਵਿੱਚ ਲਾਲਚ ਵਿੱਚ ਆ ਕੇ ਦੋਸਤੋ ਆਪਣੀ ਵੋਟ ਦਾ ਪ੍ਰਯੋਗ ਕਰ ਸਕਦਾ ਹੈ। ਗਰੀਬ ਵਿਅਕਤੀ ਚੋਣ ਨਹੀਂ ਲੜ ਸਕਦਾ। ਅੱਗੇ ਦੋਸਤੋ ਅਨਪੜ੍ਹਤਾ ਦੇਖੋ, ਅਨਪੜ੍ਹ ਵਿਅਕਤੀ ਦੋਸਤੋ ਜਿਹੜਾ ਹੈਗਾ ਗੁੰਮਰਾਹ ਕਰਨਾ ਆਸਾਨ ਹੈ। ਰਾਜਨੀਤੀ ਅਨਪੜ੍ਹ ਵਿਅਕਤੀ ਦੀ ਸਮਝ ਤੋਂ ਬਾਹਰ ਹੈ, ਠੀਕ ਹੈ ਜੀ। ਜਾਤੀਵਾਦ ਦੇਸ਼ ਵਿੱਚ ਦੋਸਤੋ ਕਈ ਦਲ ਜਾਤੀ ਆਧਾਰਿਤ ਹਨ। ਮਤਦਾਨ ਨੂੰ ਵੀ ਦੋਸਤੋ ਜਾਤੀਵਾਦ ਪ੍ਰਭਾਵਿਤ ਕਰਦਾ ਹੈ, ਠੀਕ ਹੈ ਜੀ। ਭਾਵ ਜਿਹੜਾ ਹੈਗਾ ਦੋਸਤੋ ਜਾਟ ਕੀ ਵੋਟ ਜਾਟ ਕੋ। ਅੱਗੇ ਦੋਸਤੋ ਖੇਤਰਵਾਦ ਕਾਰਨ ਰਾਜਾਂ ਦੇ ਕੇਂਦਰਾਂ ਵਿਚਕਾਰ ਜਿਹੜਾ ਹੈਗਾ ਤਣਾਅ ਪੈਦਾ ਹੁੰਦਾ ਹੈ। ਖੇਤਰੀ ਦਲ ਰਾਸ਼ਟਰੀ ਰਾਜਧਾਨੀ ਦੇ ਪ੍ਰਭਾਵ ਆਉਂਦੇ ਹਨ, ਠੀਕ ਹੈ ਜੀ। ਲੋਕ ਵੋਟਾਂ ਵੀ ਖੇਤਰਵਾਦ ਆਧਾਰ 'ਤੇ ਪਾਉਂਦੇ ਹਨ, ਠੀਕ ਹੈ ਜੀ। ਤਾਂ ਇਹ ਇਸ ਦਾ ਆਨਸਰ ਹੋ ਗਿਆ। ਤੇ ਹੁਣ ਅੱਗੇ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ? ਤੇ ਦੋਸਤੋ ਹੁਣ ਅੱਗੇ ਹੈ ਭਾਗ ਸੱਸਾ। ਤਾਂ ਦੇਖੋ ਇਹਦੇ ਵਿੱਚ ਕੀ ਹੈ, ਮਤਲਬ ਸਭ ਤੋਂ ਪਹਿਲਾਂ ਤੁਸੀਂ ਆਹ ਜਿਹੜਾ ਪੈਰਾ ਵਾ ਇਸ ਨੂੰ ਪੜ੍ਹਨਾ ਵਾ, ਫਿਰ ਥੱਲੇ ਜਿਹੜੇ ਇਹ ਪ੍ਰਸ਼ਨ ਨੇ ਉਹਨਾਂ ਦੇ ਉੱਤਰ ਦੇਣੇ ਹਨ। ਤਾਂ ਦੋਸਤੋ ਸਕਰੀਨ ਨੂੰ ਇੱਥੇ ਥੋੜ੍ਹਾ ਦੇਰ ਰੋਕ ਕੇ ਇਸ ਨੂੰ ਪੜ੍ਹ ਲਓ, ਠੀਕ ਹੈ। ਤੇ ਫਿਰ ਇਸ ਤੋਂ ਬਾਅਦ ਦੋਸਤੋ ਥੋੜ੍ਹਾ ਜਿਹਾ ਇਹ ਆ ਇਸ ਨੂੰ ਪੜ੍ਹ ਲਓ ਸਕਰੀਨ ਨੂੰ ਰੋਕ ਕੇ, ਠੀਕ ਹੈ ਜੀ। ਪੜ੍ਹ ਲਿਆ ਹੋਣਾ ਤੁਸੀਂ। ਤੇ ਹੁਣ ਥੱਲੇ ਦੋਸਤੋ ਇਹ ਵੀ ਪੜ੍ਹ ਲਓ ਥੋੜ੍ਹਾ ਜਿਹਾ, ਕਿਉਂਕਿ ਆਪਾਂ ਇਹ ਪੜ੍ਹ ਕੇ ਫਿਰ ਥੱਲੇ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਉੱਤਰ ਦੇਣੇ ਹਨ। ਤਾਂ ਇਸ ਨੂੰ ਵੀ ਪੜ੍ਹ ਲਓ, ਠੀਕ ਹੈ ਜੀ। ਜਿੰਨਾ ਮੈਂ ਰੋਕ ਰਿਹਾ ਵਾ ਸਕਰੀਨ ਨੂੰ ਰੋਕ ਕੇ ਪੜ੍ਹੀ ਚਲੋ, ਠੀਕ ਹੈ ਜੀ। ਆ ਵੀ ਪੜ੍ਹ ਲਓ। ਤਾਂ ਦੋਸਤੋ ਤੁਸੀਂ ਪੜ੍ਹ ਲਿਆ ਹੋਣਾ। ਤੇ ਥੋੜ੍ਹਾ ਜਿਹਾ ਦੇਖ ਲੈਣਾ ਦੋਸਤੋ ਹੋਰ ਵੀ ਆ, ਇਸ ਨੂੰ ਵੀ ਪੜ੍ਹ ਲਓ, ਕਿਉਂਕਿ ਥੱਲੇ ਜਿਹੜੇ ਇਹਨਾਂ ਨੂੰ ਪੜ੍ਹ ਕੇ ਹੀ ਤੁਸੀਂ ਉੱਤਰ ਦੇਣੇ ਹਨ। ਤਾਂ ਦੋਸਤੋ ਚਲੋ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾ ਪ੍ਰਸ਼ਨ ਕੀ ਹੈ। ਤਾਂ ਦੋਸਤੋ ਹੇਠ ਲਿਖੀਆਂ ਪ੍ਰਸ਼ਨਾਂ ਦੇ ਉੱਤਰ ਉਪਰੋਕਤ ਪੈਰੇ ਦੇ ਆਧਾਰ 'ਤੇ ਦਿਓ, ਠੀਕ ਹੈ ਜੀ। ਪੜ੍ਹ ਲਿਆ ਹੋਣਾ ਤੁਸੀਂ। ਪਹਿਲਾਂ ਦੇਖੋ, ਪਹਿਲਾ ਸਭ ਤੋਂ ਪ੍ਰਸ਼ਨ ਹੈ ਕਿ ਪੰਚਾਇਤੀ ਰਾਜ ਜਿਹੜਾ ਹੈਗਾ ਦੋਸਤੋ ਸੰਸਥਾਵਾਂ ਨੂੰ ਰਾਜਕੀ ਦਰਜਾ ਕਿਸ ਸੰਵਿਧਾਨਿਕ ਸੋਧ ਨਾਲ ਪ੍ਰਾਪਤ ਹੋਇਆ ਹੈ, ਠੀਕ ਹੈ ਜੀ। ਤਾਂ ਦੋਸਤੋ ਇਸ ਦਾ ਆਨਸਰ ਦੇਖ ਸਕਦੇ ਹੋ ਕਿ ਪਹਿਲੀ ਹੀ ਲਾਈਨ ਦੇ ਵਿੱਚ ਸੀਗਾ ਇਸ ਦਾ ਆਨਸਰ। ਅਗਰ ਤੁਸੀਂ ਪੜ੍ਹਿਆ ਹੋਣਾ ਤਾਂ ਤੁਹਾਨੂੰ ਜਿਹੜਾ ਹੈਗਾ ਵਾ ਇੱਥੇ ਆਨਸਰ ਇਸ ਦਾ ਮਿਲ ਵੀ ਗਿਆ ਹੋਣਾ ਕਿ ਭਾਰਤੀ ਸੰਵਿਧਾਨ ਦੀ 73ਵੀਂ ਸੋਧ ਨਾਲ ਦੇਸ਼ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਜਿਹੜਾ ਹੈਗਾ ਰਾਜਕੀ ਦਰਜਾ ਮਿਲ ਗਿਆ, ਠੀਕ ਹੈ ਜੀ। ਤਾਂ ਇਹ ਇਸ ਦਾ ਆਨਸਰ ਹੋ ਜਾਵੇਗਾ ਪਹਿਲੇ ਪ੍ਰਸ਼ਨ ਦਾ 73ਵੀਂ ਸੋਧ। ਇਸ ਦਾ ਆਨਸਰ ਆਏਗਾ ਦੋਸਤੋ ਪੰਚਾਇਤੀ ਰਾਜ ਨੂੰ ਰਾਜਕੀ ਦਰਜਾ ਕਿਸ ਸੰਵਿਧਾਨਿਕ ਸੋਧ ਨਾਲ ਮਿਲਿਆ? ਤਾਂ 73ਵੀਂ ਸੋਧ ਨਾਲ ਪ੍ਰਾਪਤ ਹੋਇਆ। ਦੂਸਰਾ ਪ੍ਰਸ਼ਨ ਹੈ ਦੋਸਤੋ ਡੈਸ਼ ਅਤੇ ਡੈਸ਼ ਦਾ ਗ੍ਰਾਮ ਸਭਾ ਇਜਲਾਸ ਵਿੱਚ ਮੌਜੂਦ ਰਹਿਣਾ ਬਹੁਤ ਹੀ ਜ਼ਰੂਰੀ ਹੈ, ਠੀਕ ਹੈ ਜੀ। ਤਾਂ ਇਹਦਾ ਆਨਸਰ ਆਏਗਾ ਦੋਸਤੋ ਪੰਚਾਇਤ ਸਕੱਤਰ ਅਤੇ ਦੋਸਤੋ ਗ੍ਰਾਮ ਸੇਵਕ ਦਾ ਗ੍ਰਾਮ ਸਭਾ ਇਜਲਾਸ ਵਿੱਚ ਮੌਜੂਦ ਰਹਿਣਾ ਬਹੁਤ ਹੀ ਜਿਹੜਾ ਜ਼ਰੂਰੀ ਹੈ। ਇਸ ਦਾ ਆਨਸਰ ਵੀ ਦੋਸਤੋ ਜਿਹੜਾ ਹੈਗਾ ਇੱਥੇ ਹੀ ਆ, ਤੁਹਾਨੂੰ ਦਿਖਾ ਦਿੰਦਾ। ਤਾਂ ਦੋਸਤੋ ਦੇਖ ਸਕਦੇ ਹੋ ਕਿ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਦਾ ਗ੍ਰਾਮ ਸਭਾ ਵਿੱਚ ਜਿਹੜਾ ਹੈਗਾ ਵਾ ਗ੍ਰਾਮ ਸਭਾ ਇਜਲਾਸ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ। ਥੱਲੇ ਆਪਣਾ ਇਹੀ ਸੀਗਾ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਆ ਜਾਏਗਾ ਪੰਚਾਇਤ ਸਕੱਤਰ ਅਤੇ ਜਿਹੜਾ ਹੈਗਾ ਆਪਣਾ ਗ੍ਰਾਮ ਸੇਵਕ। ਤੇ ਉਸ ਤੋਂ ਬਾਅਦ ਦੋਸਤੋ ਤੀਸਰਾ ਪ੍ਰਸ਼ਨ ਹੈਗਾ ਕਿ ਭਾਰਤ ਵਿੱਚ ਔਰਤਾਂ ਨੂੰ ਜਿਹੜਾ ਹੈਗਾ 21 ਸਾਲ ਅਤੇ ਪੁਰਸ਼ਾਂ ਨੂੰ 18 ਸਾਲ ਦੀ ਉਮਰ ਪੂਰੀ ਕਰਨ 'ਤੇ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ, ਠੀਕ ਜਾਂ ਗਲਤ ਆ ਦੋਸਤੋ? ਇਹ ਇੱਥੋਂ ਤੱਕ ਤਾਂ ਠੀਕ ਆ, ਠੀਕ ਹੈ। 18 ਸਾਲ ਦੀ ਉਮਰ ਪੂਰੀ ਕਰਨ 'ਤੇ ਠੀਕ ਹੈ ਅਧਿਕਾਰ ਮਿਲ ਜਾਂਦਾ ਵਾ, ਉਹ ਚਾਹੇ ਔਰਤ ਹੋਵੇ ਚਾਹੇ ਉਹ ਪੁਰਸ਼ ਹੋਵੇ, ਠੀਕ ਹੈ ਜੀ। ਤਾਂ ਦੋਸਤੋ ਇਹ ਜਿਹੜੀ ਸਟੇਟਮੈਂਟ ਆਪਾਂ ਕਹਿ ਸਕਦੇ ਹਾਂ ਕਿ ਗਲਤ ਆ, ਕਿਉਂਕਿ 21 ਸਾਲ ਦਾ ਕੋਈ ਵੀ ਰੂਲ ਨਹੀਂ ਹੈਗਾ। 18 ਸਾਲ ਦੇ ਬਾਅਦ ਠੀਕ ਹੈ ਜੀ ਜਿਹੜਾ ਹੈਗਾ 18 ਸਾਲ ਦਾ ਜਿਹੜਾ ਵਿਅਕਤੀ ਹੈ ਜਾਂ ਫਿਰ 18 ਸਾਲ ਤੋਂ ਬਾਅਦ ਦੋਸਤੋ ਉਹ ਜਿਹੜਾ ਹੈਗਾ ਵਿਅਕਤੀ ਵੋਟ ਪਾ ਸਕਦਾ ਵਾ, ਠੀਕ ਹੈ ਜੀ। ਉਹ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਕੋਈ ਵੀ ਇਹ ਪਾ ਸਕਦਾ ਵਾ। ਇਹ 21 ਸਾਲ ਦਾ ਕ੍ਰਾਈਟੇਰੀਆ ਤਾਂ ਹੈ ਹੀ ਨਹੀਂ। ਤਾਂ ਦੋਸਤੋ ਇਹ ਇੱਥੇ ਗਲਤ ਹੋ ਜਾਏਗਾ, ਠੀਕ ਹੈ। 18 ਸਾਲ ਦੀ ਜਿਸ ਦੀ ਉਮਰ ਹੋਗੀ ਜਾਂ 18 ਸਾਲ ਤੋਂ ਬਾਅਦ ਤਾਂ ਦੋਸਤੋ ਉਹ ਵੋਟ ਪਾ ਸਕਦਾ ਵਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਵਾ ਪ੍ਰਸ਼ਨ ਚੌਥਾ ਮਿਲਾਨ ਕਰੋ। ਤਾਂ ਦੇਖੋ ਦੋਸਤੋ ਸਰਕਾਰ ਦਾ ਕੀ ਆ ਜਾਏਗਾ? ਸਰਕਾਰ ਦਾ ਦੋਸਤੋ ਸਿੰਪਲ ਆ, ਸਰਕਾਰ ਦਾ ਆ ਜਾਏਗਾ ਦੋਸਤੋ ਵਿਧਾਨ ਪਾਲਿਕਾ ਆ ਜਾਏਗਾ, ਠੀਕ ਹੈ ਜੀ। ਇਸ ਨੂੰ ਚੰਗੀ ਤਰ੍ਹਾਂ ਮੈਚ ਕਰ ਦਿੰਦੇ ਹਾਂ। ਸਰਕਾਰ ਦਾ ਦੋਸਤੋ ਆ ਜਾਏਗਾ ਵਿਧਾਨ ਪਾਲਿਕਾ, ਠੀਕ ਹੈ ਜੀ। ਤੇ ਪੰਚਾਇਤ ਦਾ ਆ ਜਾਏਗਾ ਦੋਸਤੋ ਆਪਣਾ ਗ੍ਰਾਮ ਸਭਾ, ਠੀਕ ਹੈ ਜੀ। ਪੰਚਾਇਤ ਦਾ ਆ ਜਾਏਗਾ ਗ੍ਰਾਮ ਸਭਾ। ਤੇ ਸੋਣੀ ਇਜਲਾਸ ਦਾ ਦੋਸਤੋ ਮੈਨੂੰ ਲੱਗਦਾ ਦਸੰਬਰ ਦੇ ਵਿੱਚ ਆ, ਠੀਕ ਹੈ। ਹਾੜੀ ਦਾ ਇਜਲਾਸ ਦੋਸਤੋ ਜੂਨ ਦੇ ਵਿੱਚ। ਇਸ ਤਰ੍ਹਾਂ ਇਸ ਦਾ ਆਨਸਰ ਹੋ ਸਕਦਾ ਵਾ। ਅਗਰ ਦੋਸਤੋ ਤੁਹਾਨੂੰ ਕੋਈ ਇਸ ਦੀ ਕਰੈਕਸ਼ਨ ਕਰਨੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਕਿ ਸਰ ਹਾਂ ਤੁਸੀਂ ਆਹ ਗਲਤ ਦੱਸਿਆ ਜਾਂ ਫਿਰ ਇਹ ਗਲਤ ਦੱਸਿਆ, ਠੀਕ ਹੈ ਜੀ। ਬਾਕੀ ਮੇਰੇ ਤੋਂ ਵੀ ਗਲਤੀ ਹੋ ਸਕਦੀ ਆ, ਮੈਂ ਐਵੇਂ ਅੰਦਾਜ਼ਾ ਜਿਹਾ ਲਾ ਕੇ ਦੱਸ ਰਿਹਾ ਕਿ ਸਰਕਾਰ ਦਾ ਦੋਸਤੋ ਵਿਧਾਨ ਪਾਲਿਕਾ, ਠੀਕ ਹੈ। ਪੰਚਾਇਤ ਦਾ ਗ੍ਰਾਮ ਸਭਾ, ਠੀਕ ਹੈ ਜੀ। ਸੋਣੀ ਦਾ ਇਜਲਾਸ ਦੋਸਤੋ ਜਿੱਥੇ ਤੱਕ ਮੈਨੂੰ ਪਤਾ, ਠੀਕ ਹੈ ਜੀ, ਉਹ ਦਸੰਬਰ ਦੇ ਵਿੱਚ। ਤੇ ਹਾੜੀ ਦਾ ਦੋਸਤੋ ਇਹ ਤਾਂ ਜੂਨ ਦੇ ਵਿੱਚ ਆ, ਜਿਵੇਂ ਕਿ ਤੁਹਾਨੂੰ ਇਹੀ ਮੈਨੂੰ ਲੱਗ ਰਿਹਾ ਵਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਭਾਗ ਈੜੀ ਹੈ ਤਾਂ 6 ਅੰਕਾਂ ਵਾਲੇ ਪ੍ਰਸ਼ਨ ਹਨ। ਤਾਂ ਦੇਖੋ ਰਾਜਨੀਤਿਕ ਪ੍ਰਣਾਲੀਆਂ ਦੇ ਨਿਵੇਸ਼ ਅਤੇ ਨਿਕਾਸ ਕਾਰਜਾਂ 'ਤੇ ਨੋਟ ਲਿਖੋ, ਠੀਕ ਹੈ ਜੀ। ਤਾਂ ਦੇਖ ਲੈਂਦੇ ਹਾਂ। ਤੇ ਦੂਸਰਾ ਪ੍ਰਸ਼ਨ ਵੀ ਆ, ਸਭ ਤੋਂ ਪਹਿਲਾ ਪ੍ਰਸ਼ਨ ਦੇਖ ਲੈਂਦੇ ਹਾਂ ਕਿ ਰਾਜਨੀਤਿਕ ਪ੍ਰਣਾਲੀਆਂ ਦੇ ਨਿਵੇਸ਼, ਠੀਕ ਹੈ ਜੀ। ਤਾਂ ਦੇਖ ਲੈਂਦੇ ਹਾਂ ਇਸ ਦਾ ਆਨਸਰ ਵੀ ਹਾਂਜੀ। ਤਾਂ ਦੇਖੋ ਦੋਸਤੋ ਰਾਜਨੀਤਿਕ ਪ੍ਰਣਾਲੀ ਦੇ ਕਾਰਜ, ਠੀਕ ਹੈ ਜੀ। ਤਾਂ ਦੇਖੋ ਰਾਜਨੀਤਿਕ ਪ੍ਰਣਾਲੀ ਦੇ ਦੋ ਤਰ੍ਹਾਂ ਦੇ ਕਾਰਜ ਹੁੰਦੇ ਹਨ, ਇੱਕ ਨਿਵੇਸ਼ ਕਾਰਜ, ਇੱਕ ਨਿਕਾਸ ਕਾਰਜ। ਤਾਂ ਹਿੱਤ ਸਮੂਹੀਕਰਨ, ਹਿੱਤ ਸਪਸ਼ਟੀਕਰਨ, ਰਾਜਨੀਤਿਕ ਸਮਾਜੀਕਰਨ ਅਤੇ ਭਰਤੀ, ਠੀਕ ਹੈ। ਨਿਵੇਸ਼ ਕਾਰਜ ਹੋ ਗਏ। ਤੇ ਨਿਕਾਸ ਕਾਰਜ ਕਿਹੜੇ ਹਨ ਦੋਸਤੋ? ਨਿਯਮ ਨਿਰਮਾਣ ਕਾਰਜ, ਨਿਯਮ ਲਾਗੂ ਕਰਨਾ ਦਾ ਕਾਰਜ, ਨਿਯਮ ਨਿਪਟਾਰਾ ਕਾਰਜ, ਠੀਕ ਹੈ ਜੀ। ਤਾਂ ਨਿਵੇਸ਼ ਕਾਰਜ ਦੋਸਤੋ ਰਾਜਨੀਤਿਕ ਸਮਾਜੀਕਰਨ ਅਤੇ ਜਿਹੜਾ ਹੈਗਾ ਭਰਤੀ, ਠੀਕ ਹੈ ਜੀ। ਰਾਜਨੀਤਿਕ ਪ੍ਰਤੀ ਲੋਕਾਂ ਦੇ ਜਿਹੜਾ ਹੈਗਾ ਵਿਸ਼ਵਾਸਾਂ ਅਤੇ ਭਾਵਨਾਵਾਂ ਦੇ ਕਦਰਾਂ ਕੀਮਤਾਂ ਨੂੰ ਰਾਜਨੀਤਿਕ ਸੱਭਿਆਚਾਰ ਕਿਹਾ ਜਾਂਦਾ ਹੈ। ਰਾਜਨੀਤਿਕ ਜਿਹੜੀ ਹੈਗੀ ਸੱਭਿਆਚਾਰ ਨੂੰ ਕਾਇਮ ਰੱਖਣਾ, ਬਦਲਣਾ
ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲੈ ਜਾਣਾ ਰਾਜਨੀਤਿਕ ਸਮਾਜੀਕਰਨ कहलाਉਂਦਾ ਹੈ। ਠੀਕ ਹੈ ਜੀ। ਇਸ ਕਾਰਜ ਲਈ ਜਿਹੜਾ ਹੈਗਾ ਪ੍ਰਣਾਲੀ ਨੂੰ ਰਾਜਨੀਤਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਤੀ ਜਿਹੜੀ ਹੈਗੀ ਕਰਨੀ ਪੈਂਦੀ ਹੈ। ਭਰਤੀ ਤੋਂ ਭਾਵ ਉਹ ਕਾਰਜ ਜਿਸ ਰਾਹੀਂ ਦੋਸਤੋ ਰਾਜਨੀਤਿਕ ਪ੍ਰਣਾਲੀ ਦੀਆਂ ਭੂਮਿਕਾਵਾਂ ਕਾਰਜ ਦੀ ਪੂਰਤੀ ਕੀਤੀ ਜਾਂਦੀ ਹੈ। ਅੱਗੇ ਦੋਸਤੋ ਨਿਕਾਸ ਕਾਰਜ ਤਾਂ ਦੇਖੋ ਲੋਕਾਂ ਦੀਆਂ ਮੰਗਾਂ ਨੂੰ ਨਿਰਣੈ ਵਿੱਚ ਬਦਲਣਾ ਨੂੰ ਨਿਕਾਸ ਕਿਹਾ ਜਾਂਦਾ ਹੈ। ਠੀਕ ਹੈ ਜੀ। ਇਹ ਕਾਰਜ ਤਿੰਨ ਤਰ੍ਹਾਂ ਠੀਕ ਹੈ ਪੂਰਾ ਕੀਤਾ ਜਾ ਸਕਦਾ ਹੈ। ਨਿਯਮ ਨਿਰਮਾਣ ਕਾਰਜ, ਇਹਨੂੰ ਇੰਗਲਿਸ਼ ਦੇ ਵਿੱਚ ਕਹਾਂਗੇ ਰੂਲ ਮੇਕਿੰਗ ਫੰਕਸ਼ਨ। ਵਿਧਾਨ ਪਾਲਿਕਾ ਰਾਹੀਂ ਦੋਸਤੋ ਕਾਨੂੰਨ ਬਣਾਉਣਾ। ਠੀਕ ਹੈ ਜੀ। ਅਤੇ ਵਿਧਾਨ ਪਾਲਿਕਾ ਰਾਹੀਂ ਮਤਲਬ ਕਾਨੂੰਨ ਬਣਾਉਣਾ। ਅਤੇ ਉਸ ਤੋਂ ਬਾਅਦ ਦੋਸਤੋ ਹੈਗਾ ਵਾ ਨਿਯਮ ਪ੍ਰਯੋਗ ਕਾਰਜ ਯਾਨੀ ਕਿ ਰੂਲ ਐਪਲੀਕੇਸ਼ਨ ਫੰਕਸ਼ਨ। ਬਣੇ ਹੋਏ ਕਾਨੂੰਨਾਂ ਨੂੰ ਅਸਲ ਵਿੱਚ ਲਾਗੂ ਕਰਨਾ ਅਤੇ ਕਾਰਜਪਾਲਿਕਾ ਅਤੇ ਨੌਕਰਸ਼ਾਹੀ ਦੇ ਅਧਿਕਾਰੀਆਂ ਰਾਹੀਂ। ਠੀਕ ਹੈ ਜੀ। ਅਤੇ ਅੱਗੇ ਦੋਸਤੋ ਆਪਣਾ ਨਿਯਮ ਨਿਰਣੈ ਕਾਰਜ ਯਾਨੀ ਕਿ ਰੂਲ ਜੁਡੀਸ਼ੀਅਨ ਫੰਕਸ਼ਨ। ਠੀਕ ਹੈ ਜੀ। ਕਾਨੂੰਨਾਂ ਨੂੰ ਲਾਗੂ ਕਰਦੇ ਸਮੇਂ ਵਿਵਾਦ ਦੀ ਹਾਲਤ ਵਿੱਚ ਜਿਹੜੀ ਹੈਗੀ ਵਿਆਖਿਆ ਜਾਂ ਨਿਆਂਪਾਲਿਕਾ ਰਾਹੀਂ। ਠੀਕ ਹੈ ਜੀ। ਅਤੇ ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ ਕਿ ਕਾਰਲ ਮਾਰਕਸ ਦੇ ਵੱਖ ਸਿਧਾਂਤਾਂ ਦਾ ਵਰਣਨ ਕਰੋ। ਤਾਂ ਦੋਸਤੋ ਦੇਖ ਸਕਦੇ ਹੋ ਕਿ ਆਹ ਕਾਰਲ ਮਾਰਕਸ ਨੇ। ਠੀਕ ਹੈ ਜੀ। ਤਾਂ ਉਸ ਦੇ ਦੋਸਤੋ ਮੁੱਖ ਸਿਧਾਂਤ ਪੂੰਜੀਵਾਦ ਅਤੇ ਇਸ ਦੀਆਂ ਕੀਮਤਾਂ ਦੀਆਂ ਆਲੋਚਨਾ ਸਨ। ਠੀਕ ਹੈ ਜੀ। ਮਾਰਕਸ ਨੇ ਜਿਹੜਾ ਹੈਗਾ ਵਾ ਸੋਚਿਆ ਕਿ ਪੂੰਜੀਵਾਦ ਪ੍ਰਣਾਲੀ ਲਾਜ਼ਮੀ ਤੌਰ 'ਤੇ ਜਿਹੜਾ ਹੈਗਾ ਵਾ ਤਾਂ ਲਾਜ਼ਮੀ ਤੌਰ 'ਤੇ ਦੋਸਤੋ ਜਿਹੜਾ ਹੈਗਾ ਵਾ ਆਪਣੇ ਆਪ ਨੂੰ ਦੋਸਤੋ ਤਬਾਹ ਜਿਹੜੀ ਹੈਗੀ ਕਰ ਦੇਵੇਗੀ। ਠੀਕ ਹੈ। ਦਬੇ ਕੁਚਲੇ ਕਿਰਤੀ ਬੇਗਾਨੇ ਹੋ ਜਾਣਗੇ। ਆਖਿਰਕਾਰ ਇੱਕ ਜਮਾਤ ਰਹਿਤ ਸਮਾਜ ਦੀ ਸ਼ੁਰੂਆਤ ਕਰਦੇ ਹੋਏ ਪੈਦਾਵਾਰ ਦੇ ਸਾਧਨਾਂ 'ਤੇ ਆਪਣੇ ਆਪ ਨੂੰ ਕੰਟਰੋਲ ਕਰਨ ਲਈ ਮਾਲਕਾਂ ਨੂੰ ਜਿਹੜਾ ਹੈਗਾ ਉਖਾੜ ਸੁੱਟਣਗੇ। ਠੀਕ ਹੈ ਜੀ। ਤਾਂ ਕਮਿਊਨਿਜ਼ਮ ਜਿਹੜੀ ਹੈਗੀ ਆਪਣੀ ਕਮਿਊਨਿਜ਼ਮ ਥਿਊਰੀ। ਤਾਂ ਕਾਰਲ ਮਾਰਕਸ ਦਾ ਦੋਸਤੋ ਮੰਨਣਾ ਸੀ ਕਿ ਇੱਕ ਇਤਿਹਾਸ ਪੂੰਜੀਪਤੀਆਂ ਉਤਪਾਦਨ ਦੇ ਮਾਲਕੀ ਦੇ ਸਾਧਨ ਅਤੇ ਹੋਰਨਾਂ ਜਿਨ੍ਹਾਂ ਦੇ ਪੂੰਜੀਪਤੀਆਂ ਲਈ ਕੰਮ ਕੀਤਾ ਹੈ। ਠੀਕ ਹੈ। ਵਿਚਕਾਰ ਸੰਘਰਸ਼ ਸੀ। ਠੀਕ ਹੈ ਜੀ। ਆਹ ਕਾਰਲ ਮਾਰਕਸ ਦੀ ਥਿਊਰੀ ਹੈ। ਅਤੇ ਅੱਗੇ ਦੋਸਤੋ ਕਾਰਲ ਮਾਰਕਸ ਅਤੇ ਸੰਘਰਸ਼ ਸਿਧਾਂਤ। ਤਾਂ ਦੇਖੋ ਦੋਸਤੋ ਆਧੁਨਿਕ ਸਮਾਜਵਾਦ, ਸਾਮਵਾਦ ਅਤੇ ਸੰਘਰਸ਼ ਸਿਧਾਂਤ ਦਾ ਪਿਤਾ ਮਾਂ। ਠੀਕ ਹੈ ਜੀ। ਮਾਰਕਸਵਾਦ 150 ਸਾਲਾਂ ਤੋਂ ਫੈਲੀ ਇੱਕ ਪੱਛਮੀ ਬੌਧਿਕ ਪਰੰਪਰਾ ਹੈ। ਠੀਕ ਹੈ ਜੀ। ਤਾਂ ਇਹਦੇ ਵਿੱਚ ਦੋਸਤੋ ਇੱਕ ਇਹ ਸਿਆਸੀ ਸਿਧਾਂਤ ਹੈ। 3 ਭਾਗਾਂ ਸ਼ਾਮਲ ਹਨ ਇਹਦੇ ਵਿੱਚ। ਇੱਕ ਤਾਂ ਇਹ ਇੱਕ ਸਿਆਸੀ ਸਿਧਾਂਤ ਹੈ, ਇੱਕ ਦਰਜਨ ਜਾਂ ਫਿਰ ਵਿਰੋਧੀ ਦਰਸ਼ਨ, ਇਤਿਹਾਸ। ਤੀਸਰਾ ਪੁਆਇੰਟ ਹੈ ਦੋਸਤੋ ਇਹਦੇ ਵਿੱਚ ਆਰਥਿਕਤਾ ਦੇ ਕੰਮਕਾਜ ਦਾ ਵਿਸ਼ਲੇਸ਼ਣ। ਠੀਕ ਹੈ ਜੀ। ਤਾਂ ਇਹ ਹੈ। ਅਤੇ ਅੱਗੇ ਦੋਸਤੋ ਮਾਰਕਸਵਾਦ ਕਾਰਲ ਮਾਰਕਸ ਦੁਆਰਾ ਜਿਹੜੀ ਹੈ ਉਤਪੰਨ ਇੱਕ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਿਧਾਂਤ ਹੈ ਜੋ ਦੋਸਤੋ ਪੂੰਜੀਪਤੀਆਂ ਅਤੇ ਮਜ਼ਦੂਰ ਜਮਾਤ ਵਿਚਕਾਰ ਦੋਸਤੋ ਸੰਘਰਸ਼ 'ਤੇ ਜਿਹੜਾ ਹੈਗਾ ਕੇਂਦਰਿਤ ਹੈ। ਠੀਕ ਹੈ ਜੀ। ਅਤੇ ਦੋਸਤੋ ਅਗਲਾ ਪ੍ਰਸ਼ਨ ਹੈਗਾ ਆਪਣਾ ਕਿ ਸੰਸਦੀ ਸਰਕਾਰ ਤੋਂ ਕੀ ਭਾਵ ਹੈ। ਸੰਸਦੀ ਸਰਕਾਰ ਦੇ ਮੁੱਖ ਦੋਸ਼ ਦਾ ਵਰਣਨ ਕਰੋ। ਤਾਂ ਦੋਸਤੋ ਦੇਖਦੇ ਹਾਂ। ਤਾਂ ਦੋਸਤੋ ਦੇਖੋ ਸੰਸਦੀ ਪ੍ਰਣਾਲੀ ਸਰਕਾਰ ਦਾ ਇੱਕ ਜਿਹੜਾ ਹੈਗਾ ਲੋਕਤੰਤਰੀ ਰੂਪ ਹੈ ਜਿਸ ਵਿੱਚ ਸੰਸਦ ਵਿਧਾਨ ਮੰਡਲ ਵਿੱਚ ਜਿਹੜਾ ਹੈਗਾ ਸਭ ਤੋਂ ਵੱਧ ਜਿਹੜੀ ਹੈਗੀ ਨੁਮਾਇੰਦਗੀ ਵਾਲੀ ਪਾਰਟੀ ਜਾਂ ਪਾਰਟੀਆਂ ਦੀ ਗੱਠਜੋੜ ਸਰਕਾਰ ਬਣਾਉਂਦੀ ਹੈ। ਜਿਵੇਂ ਕਿ ਇਸ ਵਾਰ ਆਮ ਆਦਮੀ ਪਾਰਟੀ ਨੇ ਬਣਾਈ ਆ। ਠੀਕ ਹੈ ਜੀ। ਗੱਠਜੋੜ ਨਾਲ ਨਹੀਂ। ਠੀਕ ਹੈ ਜੀ। ਖੁਦ ਹੀ ਸਾਰੇ ਮਤਲਬ ਉਹਨਾਂ ਨੇ ਬਹੁਮਤ ਪ੍ਰਾਪਤ ਕੀਤੀ ਸੀ। ਠੀਕ ਹੈ ਜੀ। ਜਿਸ ਦਾ ਨੇਤਾ ਦੋਸਤੋ ਪ੍ਰਧਾਨ ਮੰਤਰੀ ਜਾਂ ਫਿਰ ਚਾਂਸਲਰ ਬਣ ਜਾਂਦਾ ਹੈ। ਠੀਕ ਹੈ ਜੀ। ਤਾਂ ਦੋਸਤੋ ਇੱਥੇ ਤੁਸੀਂ ਮਤਲਬ ਇੱਥੇ ਆਪਣਾ ਉਹ ਚੀਫ ਮਿਨਿਸਟਰ ਵਾਲਾ ਨਹੀਂ ਆਏਗਾ ਸੰਸਦੀ ਦੇ ਵਿੱਚ। ਦੋਸਤੋ ਮਤਲਬ ਪੂਰਾ ਸੈਂਟਰ ਲੈਵਲ 'ਤੇ ਗੱਲ ਹੁੰਦੀ ਹੈ ਜਿਵੇਂ ਕਿ। ਠੀਕ ਹੈ ਜੀ। ਮਤਲਬ ਮੰਨ ਕੇ ਚਲੋ ਦੋਸਤੋ ਛੋਟੇ ਸਟੇਟ ਦੇ ਵਿੱਚ ਤਾਂ ਦੋਸਤੋ ਜਿਵੇਂ ਕਿ ਆਪਣਾ ਚੀਫ ਮਿਨਿਸਟਰ ਬਣ ਗਏ। ਠੀਕ ਹੈ ਜੀ। ਬਟ ਦੋਸਤੋ ਸੰਸਦ ਪਾਰਲੀਮੈਂਟ ਆ। ਠੀਕ ਹੈ ਜੀ। ਪਾਰਲੀਮੈਂਟ ਦੇ ਵਿੱਚ ਦੋਸਤੋ ਸੈਂਟਰ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਬਣਦਾ ਵਾ। ਠੀਕ ਹੈ ਜੀ। ਤਾਂ ਉੱਥੇ ਦੋਸਤੋ ਚੀਫ ਮਿਨਿਸਟਰ ਨਹੀਂ, ਉੱਥੇ PM ਬਣਦੇ ਨੇ। ਠੀਕ ਹੈ ਜੀ। ਸੰਸਦ ਦੇ ਵਿੱਚ ਯਾਨੀ ਕਿ ਪਾਰਲੀਮੈਂਟ ਦੇ ਵਿੱਚ। ਜਿਹੜਾ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਦੋਸਤੋ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਵਾ। ਬਟ ਦੋਸਤੋ ਇੱਥੇ ਮਤਲਬ ਲੈਜਿਸਲੇਟਰ ਹੁੰਦਾ ਵਾ। ਠੀਕ ਹੈ ਜੀ। ਲੈਜਿਸਲੇਟਿਵ ਅਸੈਂਬਲੀ ਹੁੰਦੀ ਆ। ਅਤੇ ਮਤਲਬ ਜਿਹੜਾ ਹੈਗਾ ਸੰਸਦੀ ਪ੍ਰਣਾਲੀ ਮਤਲਬ ਪਾਰਲੀਮੈਂਟ ਜਿੱਥੇ ਦੋਸਤੋ ਪ੍ਰਾਈਮ ਮਿਨਿਸਟਰ ਬਣਦੇ ਹਨ। ਅਤੇ ਲੈਜਿਸਲੇਟਿਵ ਮਤਲਬ ਦੋਸਤੋ ਜਿਹੜਾ ਹੈਗਾ ਰਾਜ ਦੀਆਂ ਯਾਨੀ ਕਿ ਸਟੇਟ ਦੇ ਵਿੱਚ ਜਿਹਦੀਆਂ ਸਰਕਾਰਾਂ ਬਣਦੀਆਂ ਹਨ। ਠੀਕ ਹੈ। ਜਿਵੇਂ ਕਿ ਆਪਣਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹਨੇ ਬਹੁਮਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਦੋਸਤੋ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੇ। ਠੀਕ ਹੈ ਜੀ। ਉਹਨਾਂ ਨੇ ਦੋਸਤੋ ਜਦੋਂ ਵੋਟਾਂ ਪਈਆਂ ਸੀਗੀਆਂ ਪ੍ਰਾਈਮ ਮਿਨਿਸਟਰ ਦੀਆਂ ਤਾਂ ਉਹਨੇ ਬਹੁਮਤ ਪ੍ਰਾਪਤ ਕੀਤੀ ਸੀ। ਇਸ ਲਈ ਉਹਨਾਂ ਦੀ ਉੱਥੇ ਸਰਕਾਰ ਬਣੀਆਂ ਕਮਲ ਦੀ। ਠੀਕ ਹੈ ਜੀ। ਯਾਨੀ ਕਿ BJP ਦੀ। ਅਤੇ ਐਕਸਪਲੇਨੇਸ਼ਨ ਦੋਸਤੋ ਦੇਖੋ ਘੱਟ ਗਿਣਤੀ ਪਾਰਟੀਆਂ ਦੋਸਤੋ ਬਹੁ ਗਿਣਤੀ ਦੇ ਵਿਰੋਧ ਵਿੱਚ ਕੰਮ ਕਰਦੀਆਂ ਹਨ। ਠੀਕ ਹੈ ਜੀ। ਨਿਯਮਿਤ ਤੌਰ 'ਤੇ ਦੋਸਤੋ ਇਸ ਨੂੰ ਜਿਹੜਾ ਹੈਗਾ ਚੁਣੌਤੀ ਦੇਣ ਦਾ ਫਰਜ਼ ਬਣਦਾ ਹੈ। ਪ੍ਰਧਾਨ ਮੰਤਰੀ ਨੂੰ ਸੱਤਾ ਤੋਂ ਹਟਾਇਆ ਜਾ ਸਕਦਾ ਹੈ ਜਦੋਂ ਵੀ ਉਹ ਦੋਸਤੋ ਸੱਤਾਧਾਰੀ ਪਾਰਟੀ ਜਾਂ ਫਿਰ ਸੰਸਦ ਦੇ ਬਹੁਮਤ ਦਾ ਭਰੋਸਾ ਗਵਾ ਦਿੰਦੇ ਹਨ। ਠੀਕ ਹੈ ਜੀ। ਇੱਕ ਸੰਸਦੀ ਸਰਕਾਰ ਇੱਕ ਲੋਕਤੰਤਰੀ ਪ੍ਰਸ਼ਾਸਨ ਹੈ ਜਿਸ ਵਿੱਚ ਸਰਕਾਰ ਉਸ ਰਾਜਨੀਤਿਕ ਪਾਰਟੀ ਦੁਆਰਾ ਜਿਹੜਾ ਹੈਗਾ ਬਣਾਈ ਜਾਂਦੀ ਹੈ ਜੋ ਸੰਘੀ ਚੋਣਾਂ ਦੌਰਾਨ ਵਿਧਾਨ ਸਭਾ ਜਾਂ ਫਿਰ ਦੋਸਤੋ ਜਿਹੜਾ ਹੈਗਾ ਸੰਸਦ ਵਿੱਚ ਸਭ ਤੋਂ ਵੱਧ ਸੀਟਾਂ ਜਿਹੜੀ ਹੈਗੀ ਜਿੱਤਦੀ ਹੈ। ਠੀਕ ਹੈ ਜੀ। ਵਿਧਾਨ ਸਭਾ ਦੇਖ ਲਓ। ਹਾਂਜੀ ਆਹੀ ਆ। ਇਸ ਨੂੰ ਹੀ ਮਤਲਬ ਲੈਜਿਸਲੇਟਿਵ ਬੋਲਿਆ ਜਾਂਦਾ ਵਾ। ਜਿਹੜਾ ਵਿਧਾਨ ਸਭਾ ਵਾ ਇਹ ਸਟੇਟ ਲੈਵਲ 'ਤੇ ਹੁੰਦਾ ਵਾ। ਠੀਕ ਹੈ ਜੀ। ਅਤੇ ਸੰਸਦ ਦੋਸਤੋ ਜਿਹੜਾ ਹੈਗਾ ਵਾ ਕੀ ਹੁੰਦਾ ਵਾ ਦੋਸਤੋ ਸੰਸਦ ਦੋਸਤੋ ਜਿਹੜਾ ਹੈਗਾ ਵਾ ਆਪਣਾ ਸੈਂਟਰ ਲੈਵਲ 'ਤੇ ਹੁੰਦਾ ਵਾ। ਠੀਕ ਹੈ ਜੀ। ਪਾਰਲੀਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ। ਮੰਤਰੀ ਮੰਡਲ ਵਿੱਚ ਦੋਸਤੋ ਪਾਰਟੀ ਦੇ ਹੋਰ ਉੱਚੇ ਦਰਜੇ ਦੇ ਮੈਂਬਰ ਸ਼ਾਮਿਲ ਹੁੰਦੇ ਹਨ। ਵਿਰੋਧੀ ਧਿਰ ਘੱਟ ਗਿਣਤੀ ਪਾਰਟੀ ਹੈ। ਠੀਕ ਹੈ ਜੀ। ਜਿਵੇਂ ਕਿ ਹੁਣ ਦੋਸਤੋ ਵਿਰੋਧੀ ਧਿਰ ਕਿਹੜੀ ਆ? ਕਾਂਗਰਸ ਆ। ਠੀਕ ਹੈ ਜੀ। ਹਜੇ ਦੀ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵਿਰੋਧੀ ਧਿਰ ਕੌਣ ਆ ਦੋਸਤੋ?
ਵਿਰੋਧੀ ਧਿਰ ਦੋਸਤੋ ਜਿਹੜਾ ਹੈਗਾ ਵਾ ਕਾਂਗਰਸ ਹੈਗੀ ਆ, ਠੀਕ ਹੈ ਜੀ। ਅਤੇ ਦੋਸਤੋ ਇਸ ਦੀ ਭੂਮਿਕਾ ਸੱਤਾਧਾਰੀ ਪਾਰਟੀ ਦਾ ਜਿਹੜਾ ਹੈਗਾ ਟਾਕਰਾ ਕਰਨਾ ਹੈ। ਜੇਕਰ ਚੋਣਾਂ ਵਿੱਚ ਕੋਈ ਵੀ ਪਾਰਟੀ ਬਹੁਮਤ ਨਹੀਂ ਜਿੱਤਦੀ ਤਾਂ ਕਈ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਨਾਲ ਇੱਕ ਗੱਠਜੋੜ ਸਰਕਾਰ ਦੀ ਜਿਹੜੀ ਹੈਗੀ ਆ ਸਥਾਪਨਾ ਕੀਤੀ ਜਾਂਦੀ ਹੈ, ਠੀਕ ਹੈ ਜੀ। ਸੰਸਦੀ ਸਰਕਾਰ ਸ਼ਬਦ ਇਸ ਤੱਥ ਨੂੰ ਦਰਸਾਉਂਦਾ ਹੈ ਕਿ ਸਾਰੀ ਸ਼ਕਤੀ ਸੰਸਦ ਦੇ ਕੋਲ ਹੈ। ਸੰਸਦੀ ਅਤੇ ਰਾਸ਼ਟਰਪਤੀ ਦੀ ਸਰਕਾਰ ਦੇ ਰੂਪ ਵਿੱਚ ਅੰਤਰ ਹੁੰਦਾ ਹੈ। ਸੰਯੁਕਤ ਰਾਜ ਵਿੱਚ ਅਮਰੀਕਾ ਵਰਗੇ, ਠੀਕ ਹੈ ਜੀ, ਰਾਸ਼ਟਰਪਤੀ ਪ੍ਰਣਾਲੀ ਵਿੱਚ ਕਾਰਜਕਾਰੀ ਸ਼ਾਖਾ ਵੱਖਰੀ ਹੁੰਦੀ ਹੈ ਅਤੇ ਰਾਸ਼ਟਰਪਤੀ ਨੂੰ ਦੇਸ਼ ਦਾ ਆਬਾਦੀ ਦੁਆਰਾ ਜਿਹੜਾ ਹੈਗਾ ਪ੍ਰਸਿੱਧ ਤੌਰ 'ਤੇ ਚੁਣਿਆ ਜਾਂਦਾ ਹੈ। ਇਸ ਦੇ ਉਲਟ ਇੱਕ ਸੰਸਦੀ ਪ੍ਰਣਾਲੀ ਦੇ ਅਧੀਨ ਇੱਕ ਸਰਕਾਰ ਦਾ ਨੇਤਾ ਜੋ ਸੰਸਦ ਤੋਂ ਚੁਣਿਆ ਜਾਂਦਾ ਹੈ, ਅਕਸਰ ਦੋਸਤੋ ਸੰਸਦ ਵਿੱਚ ਸਭ ਤੋਂ ਸੀਨੀਅਰ ਮੈਂਬਰਾਂ ਜਾਂ ਫਿਰ ਮੰਤਰੀਆਂ ਵਿੱਚੋਂ ਇੱਕ ਹੁੰਦਾ ਹੈ। ਇਸ ਲਈ ਪ੍ਰਧਾਨ ਮੰਤਰੀ ਦਾ ਨਾਮ ਹੈ, ਠੀਕ ਹੈ ਜੀ। ਅਤੇ ਇੱਕ ਸੰਸਦੀ ਪ੍ਰਣਾਲੀ ਵਿੱਚ ਇੱਕ ਦੇਸ਼ ਵਿੱਚ ਆਮ ਤੌਰ 'ਤੇ ਇੱਕ ਰਾਜ ਦਾ ਮੁਖੀ ਹੁੰਦਾ ਹੈ ਜੋ ਇੱਕ ਰਸਮੀ ਸ਼ਖਸੀਅਤ ਵਜੋਂ ਕੰਮ ਕਰਦਾ ਹੈ, ਇੱਕ ਰਾਣੀ ਵਾਂਗ, ਪਰ ਕਾਨੂੰਨ ਜਾਂ ਫਿਰ ਰਾਜਨੀਤੀ ਵਿੱਚ ਸ਼ਾਮਿਲ ਨਹੀਂ ਹੁੰਦਾ ਹੈ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਸੀਗਾ ਕਿ ਭਾਰਤੀ ਚੋਣ ਪ੍ਰਕਿਰਿਆ ਅਤੇ ਨੋਟ ਲਿਖੋ। ਤਾਂ ਦੋਸਤੋ ਦੇਖ ਲੈਂਦੇ ਹਾਂ ਇਸਦਾ, ਠੀਕ ਹੈ। ਭਾਰਤੀ ਚੋਣ ਪ੍ਰਕਿਰਿਆ ਕੀ ਹੈ? ਤਾਂ ਦੋਸਤੋ ਦੇਖੋ ਕਿ ਭਾਰਤ ਵਿੱਚ ਉਮੀਦਵਾਰਾਂ ਦੀ ਅੰਤਿਮ ਸੂਚੀ ਦੀ ਘੋਸ਼ਣਾ ਅਤੇ ਪੋਲਿੰਗ ਦੀ ਮਿਤੀ ਦੇ ਵਿਚਕਾਰ ਚੋਣ ਮੁਹਿੰਮ 2 ਹਫ਼ਤਿਆਂ ਲਈ ਦੀ ਮਿਆਦ ਹੁੰਦੀ ਹੈ, ਠੀਕ ਹੈ ਜੀ। ਇਸ ਦੌਰਾਨ ਉਮੀਦਵਾਰ ਆਪਣੇ ਵੋਟਰਾਂ ਨਾਲ ਸੰਪਰਕ ਕਰਦੇ ਹਨ, ਸਿਆਸੀ ਆਗੂ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹਨ ਅਤੇ ਸਿਆਸੀ ਪਾਰਟੀਆਂ ਆਪਣੇ ਸਮਰਥਕਾਂ ਨੂੰ ਜਿਹੜੀ ਹੈਗੀ ਮਤਲਬ ਸਮਰਥਕ ਹੁੰਦੇ ਆ, ਠੀਕ ਹੈ ਜੀ, ਉਹਨਾਂ ਨੂੰ ਲਾਮਬੰਦ ਕਰਦੀਆਂ ਹਨ, ਠੀਕ ਹੈ ਜੀ। ਜਿਸ ਦਿਨ ਜਿਹੜੀ ਹੈਗੀ ਆ ਵੋਟਰ ਆਪਣੀ ਵੋਟ ਪਾਉਣ ਜਾਂ ਫਿਰ ਪੋਲ ਕਰਦੇ ਹਨ ਤਾਂ ਉਸ ਦਿਨ ਦੋਸਤੋ ਜਿਹੜਾ ਹੈਗਾ ਵਾ ਚੋਣ ਦਿਵਸ ਕਿਹਾ ਜਾਂਦਾ ਹੈ ਉਸਨੂੰ। ਇਹ ਵੋਟਿੰਗ ਹੇਠ ਲਿਖੇ ਤਰੀਕੇ ਨਾਲ ਜਿਹੜੀ ਕੀਤੀ ਜਾਂਦੀ ਹੈ। ਹਰ ਵਿਅਕਤੀ ਜਿਸ ਦਾ ਨਾਮ ਦੋਸਤੋ ਵੋਟਰ ਸੂਚੀ ਦੇ ਵਿੱਚ ਹੈ ਉਹ ਨੇੜੇ ਜਿਹੜੇ ਜਾ ਕੇ ਮਤਲਬ ਵੋਟਿੰਗ ਪੂਲ 'ਤੇ, ਠੀਕ ਹੈ ਜੀ, ਉਹ ਵੋਟ ਪਾਉਂਦਾ ਹੈ। ਇੱਕ ਵਾਰ ਦੋਸਤੋ ਜਿਹੜਾ ਹੈਗਾ ਵੋਟਰ ਬੂਥ 'ਤੇ ਅੰਦਰ ਆ ਜਾਂਦਾ ਹੈ ਤਾਂ ਚੋਣ ਅਧਿਕਾਰੀ ਉਸ ਦੀ ਪਛਾਣ ਕਰਦੇ ਹਨ, ਉਸ ਦੀ ਉਂਗਲ 'ਤੇ ਇੱਕ ਨਿਸ਼ਾਨ ਲਗਾਉਂਦੇ ਹਨ ਅਤੇ ਉਸ ਨੂੰ ਜਿਹੜੀ ਹੈਗੀ ਆ ਵੋਟ ਪਾਉਣ ਦੀ ਇਜਾਜ਼ਤ ਦਿੰਦੇ ਹਨ, ਠੀਕ ਹੈ ਜੀ। ਹਰੇਕ ਉਮੀਦਵਾਰ ਨੂੰ ਜਿਹੜਾ ਹੈਗਾ ਵਾ ਹਰੇਕ ਉਮੀਦਵਾਰ ਦੇ ਇੱਕ ਏਜੰਟ ਨੂੰ ਪੋਲਿੰਗ ਦੇ ਅੰਦਰ ਦੋਸਤੋ ਬੈਠਣ ਦੀ ਇਜਾਜ਼ਤ ਹੈ। ਬੂਥ ਅਤੇ ਯਕੀਨੀ ਬਣਾਉਣ ਕਿ ਵੋਟਿੰਗ ਨਿਰਪੱਖ ਤਰੀਕੇ ਨਾਲ ਹੁੰਦੀ ਹੈ, ਠੀਕ ਹੈ ਜੀ। ਇੱਕ ਬੈਲਟ ਪੇਪਰ ਕਾਗਜ਼ ਦੀ ਸ਼ੀਟ ਹੈ ਜਿਸ 'ਤੇ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ ਦੇ ਨਾਲ ਨਾਲ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਮ ਦਰਜ ਹੁੰਦੇ ਹਨ। ਪਹਿਲਾਂ ਬੈਲਟ ਪੇਪਰ ਦੀ ਵਰਤੋਂ ਕੀਤੀ ਜਾਂਦੀ ਸੀ, ਅੱਜ ਕੱਲ੍ਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਯਾਨੀ ਕਿ EVM ਦੀ ਵਰਤੋਂ, ਠੀਕ ਹੈ, ਕੀਤੀ ਜਾਂਦੀ ਹੈ। ਵੋਟਾਂ ਦਾ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ। ਬਟਨ ਦਬਾਓ, ਵੋਟ ਪੈ ਗਈ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਦੋਸਤੋ ਠੀਕ ਹੈ ਕੀ ਹੈ ਕਿ ਮਸ਼ੀਨ ਉਮੀਦਵਾਰਾਂ ਅਤੇ ਪਾਰਟੀ ਦੇ, ਠੀਕ ਹੈ ਜੀ, ਨਾਂ ਅਤੇ ਚਿੰਨ੍ਹ ਜਿਹੜੀ ਹੈਗੀ ਦਿਖਾਉਂਦੀ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਵੋਟਰ ਨੂੰ ਸਿਰਫ ਉਸ ਉਮੀਦਵਾਰ ਦੇ ਨਾਂ ਦਾ ਬਟਨ ਜਿਹੜਾ ਹੈਗਾ ਦਬਾਉਣਾ ਹੋਵੇਗਾ ਜਿਸ ਨੂੰ ਉਹ ਆਪਣੀ ਵੋਟ ਦੇਣਾ ਚਾਹੁੰਦਾ ਹੈ। ਪੋਲਿੰਗ ਖਤਮ ਹੋਣ ਤੋਂ ਬਾਅਦ ਜਿਹੜਾ ਹੈਗਾ ਸਾਰੀਆਂ, ਠੀਕ ਹੈ ਜੀ, EVMs ਨੂੰ ਜਿਹੜਾ ਹੈਗਾ ਸੀਲ ਕਰ ਦਿੱਤਾ ਜਾਂਦਾ ਹੈ ਅਤੇ ਦੋਸਤੋ ਫਿਰ ਇਹ ਸੁਰੱਖਿਅਤ ਰੱਖੀਆਂ ਜਾਂਦੀਆਂ ਹਨ। ਕੁਝ ਦਿਨਾਂ ਬਾਅਦ ਦੋਸਤੋ ਸਾਰੀਆਂ EVM ਨੂੰ ਖੋਲ੍ਹਿਆ ਜਾਂਦਾ ਹੈ ਅਤੇ ਵੋਟਾਂ ਦੀ ਵੋਟਾਂ ਸੁਰੱਖਿਅਤ ਹੁੰਦੀਆਂ ਹਨ। ਹਰੇਕ ਉਮੀਦਵਾਰ ਦੁਆਰਾ ਜਿਹੜਾ ਹੈਗਾ ਗਿਣਿਆ ਜਾਂਦਾ ਹੈ, ਠੀਕ ਹੈ ਜੀ। ਕਿਸੇ ਦੇ ਹਲਕੇ ਦੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜਿਹੜਾ ਹੈਗਾ ਚੁਣਿਆ ਜਾਂਦਾ ਹੈ, ਠੀਕ ਹੈ ਜੀ। ਤਾਂ ਇਹ ਇਸਦਾ ਜਿਹੜਾ ਹੈਗਾ ਇਲੈਕਸ਼ਨ ਦਾ ਜਿਹੜਾ ਹੈਗਾ ਪ੍ਰਕਿਰਿਆ ਹੋ ਗਈ, ਠੀਕ ਹੈ ਜੀ। ਇਲੈਕਸ਼ਨ ਮਤਲਬ ਦੋਸਤੋ ਚੋਣ ਪ੍ਰਕਿਰਿਆ ਇਹ ਹੋ ਗਈ। ਇਸ 'ਤੇ ਨੋਟ ਆਪਾਂ ਲਿਖ ਦਿੱਤਾ। ਤਾਂ ਦੋਸਤੋ ਬਸ ਇਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਇਹ ਪ੍ਰਸ਼ਨ ਖਤਮ ਹੋ ਗਏ ਹਨ, ਠੀਕ ਹੈ ਜੀ। ਤਾਂ ਜੋ ਕਿ ਦੋਸਤੋ ਤੁਹਾਡਾ ਇਹ 12th ਕਲਾਸ ਦਾ ਸੀਗਾ, ਠੀਕ ਹੈ ਜੀ, ਰਾਜਨੀਤੀ ਸ਼ਾਸਤਰ ਯਾਨੀ ਕਿ ਪੋਲੀਟੀਕਲ ਸਾਇੰਸ ਦਾ ਜਿਹੜਾ ਹੈਗਾ ਇਹ ਪੇਪਰ ਸੀ। ਕਾਫੀ ਵੈਰੀ ਇੰਪੋਰਟੈਂਟ ਕੁਐਸਚਨ ਆਨਸਰ ਨੇ ਦੋਸਤੋ ਇਹ, ਠੀਕ ਹੈ ਜੀ। ਤਾਂ ਇਹਨਾਂ ਕੁਐਸਚਨਾਂ ਦੀ ਤਿਆਰੀ ਕਰ ਲਓ, ਇਹਨਾਂ ਦੇ ਵਿੱਚੋਂ ਕੁਛ ਨਾ ਕੁਛ ਤਾਂ ਜ਼ਰੂਰ ਆ ਹੀ ਜਾਏਗਾ, ਠੀਕ ਹੈ ਜੀ। ਵੈਰੀ ਇੰਪੋਰਟੈਂਟ ਕੁਐਸਚਨ ਆਨਸਰ ਇਹ ਹੈਗੇ ਨੇ, ਠੀਕ ਹੈ ਜੀ। ਬਾਕੀ ਦੋਸਤੋ ਅਗਰ ਕੋਈ ਗਲਤੀ ਵਗੈਰਾ ਹੋ ਗਈ ਹੈ ਤਾਂ ਦੋਸਤੋ ਤੁਸੀਂ ਉਸ ਨੂੰ ਕਮੈਂਟ ਦੇ ਵਿੱਚ ਦੱਸ ਦਿਓ ਕਿ ਹਾਂ ਸਰ ਤੁਸੀਂ ਇੱਥੇ ਆਹ ਵਾਲਾ ਕੁਐਸਚਨ ਥੋੜ੍ਹਾ ਜਿਹਾ ਗਲਤ ਦੱਸਿਆ, ਇਹ ਵਾਲਾ ਐਵੇਂ ਹੋਣਾ ਸੀ, ਐਵੇਂ ਹੋਣਾ ਸੀਗਾ, ਤੁਸੀਂ ਉਹ ਕਰੈਕਸ਼ਨ ਜ਼ਰੂਰ ਪਾ ਦਿਓ। ਓਕੇ ਦੋਸਤੋ, ਬਾਕੀ ਅਗਰ ਤੁਹਾਨੂੰ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ। ਓਕੇ ਦੋਸਤੋ, ਚਲੋ ਠੀਕ ਹੈ ਜੀ।